अपना जन्म सफला करिए। भाई सौरां का टाइम उन्होंने अपना और इस ही तरह सवेर का टाइम जो है सतगुरां दे बख्शिश हुक्मनामा जो सरन कर रहे हैं आप अमृत वेले वो भी भाई साहब ने सवेरे अमृत वेले की कथा करनी है। सो 8 बजे तो लैके 9 बजे तक वो कथा होगी। इस तरह ऐतवार का शुभ दिहाड़ा संग्राम का दिहाड़ा भी है तो भाई साहब उन्होंने इस पेज का वो आखिरी दीवान है ऐतवार सवेरे संग्राम के शुभ दिहाड़े की कथा होगी महीने की और दोपहर में जो आप सरन करनी है गुरु का इतिहास गुरु कथा भाई साहब को सरन करनी है। सो ये इन्हों का प्रोग्राम है जो कल का तो परसों नाल ही मेरे वीरों वालों कि क्योंकि कथा एक यही चीज़ है माड़ा जहा भी हिलजुल होवे मन किते का किते दौड़ जाता है। सो बेनती है खास करके जो मेरे वीर रिकॉर्डिंग कर रहे हैं क्योंकि माड़ा जहा भी बच्चा बोले ये माइक इन्ने सेंसिटिव ने कि उस वेले पिक कर लेंगे। सो बेनती कराँगा सरकार जो मातावां बीबियां ने चरणों च पाई बच्चे लियाते हैं जी आए धन्यवादी हाँ उन्होंने लैके आए पर उन्होंने बैठना भी अपने पास सिखाओ किस तरह बैठना है एक गुरु का है गुरु के चरणों के किस तरह सतगुरां की बख्शिश लैनी है रहमत लैनी है। सो आओ इन्हें कहना है दास जाचक है बेनती करांगा भाई साहब प्रोग्राम शुरू करना। वाहिगुरू जी का खालसा वाहिगुरू जी की फतेह। सतनाम धन वाखे गुरु साहिब जियो हम महले तुम उजल करते हम निर्गुण तू दाता हम महले तुम उजल करते हम निर्गुण तू दाता हम मूरख तुम चतुर सियाणे तू सर्व कला का ज्ञाता महादो हम ऐसे तू ऐसा महादो हम ऐसे तू ऐसा हम पापी तुम पाप खंडन नीको ठाकुर देशा दंडौत बंदन अनेक बार सर्व कला समर्थ डोलन ते राखो प्रभु नानक दे कर हथ सतनाम
ਧੰਨ ਵਾਖੇ ਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਬੈਰਾਗਣ ਰਵਿਦਾਸ ਜੀਓ। ਘਟ ਅਵ ਘਟ ਡੂਗਰ ਘਣਾ ਇਕ ਨਿਰਗੁਣ ਬੈਲ ਖਮਾਰ। ਰਮਈਏ ਸੋਂ ਇਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਘਟ ਅਵ ਘਟ ਡੂਗਰ ਘਣਾ ਇਕ ਨਿਰਗੁਣ ਬੈਲ ਖਮਾਰ। ਰਮਈਏ ਸੋਂ ਇਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ। ਹਉ ਬਨਜਾਰੋ ਰਾਮ ਕੋ ਸਹਿਜ ਕਰੂੰ ਵਿਆਪਾਰ। ਮੈਂ ਰਾਮ ਨਾਮ ਧਨ ਲਾਦਿਆ ਬਿਖਲਾ ਦੀ ਸੰਸਾਰ। ਉਰਵਾਰ ਪਾਰ ਕੇ ਦਾਨੀਆ ਲਿਖ ਲੇਖੋ ਆਲ ਪਤਾਲ। ਮੋਹੇ ਜਮ ਡੰਡ ਨਾ ਲਾਗਈ ਤਜੀ ਲੈ ਸਰਬ ਜੰਜਾਲ। ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਭਗਤ ਰਵਿਦਾਸ ਜੀ ਜੇ ਜੋ ਗੁਰੂ ਗ੍ਰੰਥ ਸਾਹਿਬ ਅੰਦਰ 40 ਸ਼ਬਦ ਨੇ, ਉਹਨਾਂ ਦੀ ਵਿਚਾਰ ਇਸ ਵਾਰ ਸਤਿਗੁਰੂ ਤਰਸ ਕਰਕੇ ਆਪ ਕਰਾ ਰਹੇ ਨੇ। ਜਿਸ ਤਰ੍ਹਾਂ ਜਿਸ ਰਾਗ ਵਿੱਚ ਸ਼ਬਦ ਆਈ ਜਾਏਗਾ
ਉਸੇ ਤਰ੍ਹਾਂ ਹੀ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰ ਕਰਾਂਗੇ। ਅੱਜ ਰਾਗ ਗੌੜੀ ਹੈ। ਇਹ ਇਕੱਲੀ ਗੌੜੀ ਨਹੀਂ, ਇਹ ਬੈਰਾਗਣ ਹੈ, ਕਿਉਂਕਿ ਹਜ਼ੂਰ ਨੇ 12 ਪ੍ਰਕਾਰ ਦੀ ਗੌੜੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਭਗਤ ਰਵਿਦਾਸ ਸਾਹਿਬ ਜੀ ਉਹਨਾਂ ਨੇ ਇਸ ਸ਼ਬਦ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਇੱਕ ਅਰਦਾਸ ਕੀਤੀ। ਤੇ ਇਹ ਜਿਤਨੇ ਵੀ ਪਾਵਨ ਪਵਿੱਤਰ ਸ਼ਬਦ ਆਪਾਂ ਪੜ੍ਹਨੇ ਆ, ਇਹ ਕੱਲੀ ਕਵਿਤਾ ਨਹੀਂ ਕਿ ਕਿਸੇ ਕਵੀ ਦੇ ਦਿਮਾਗ ਵਿੱਚ ਖਿਆਲ ਉਤਪੰਨ ਹੋਏ, ਵਲਵਲੇ ਉੱਠੇ ਤੇ ਉਹਨੇ ਕਲਮ ਪਕੜੀ ਤੇ ਲਿਖ ਦਿੱਤਾ। ਇਹ ਜੋ ਕੁਝ ਉਹਨਾਂ ਨੇ ਬਾਣੀ ਵਿੱਚ ਲਿਖਿਆ ਜਾਂ ਉਚਾਰਨ ਕੀਤਾ ਹੈ, ਹਕੀਕਤ ਵਿੱਚ ਉਹ ਉਹਨਾਂ ਨੇ ਆਤਮਿਕ ਜੀਵਨ ਨੂੰ ਜੀਆ ਹੋਇਆ ਹੈ। ਕਿਵੇਂ ਉਹ ਅੰਦਰ ਦਾ ਸੰਘਰਸ਼ ਕਰਦੇ ਰਹੇ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਜਗਿਆਸੂ ਦੀ ਜ਼ਿੰਦਗੀ ਦੇ ਹਰ ਪੱਖ ਤੋਂ ਅਗਵਾਈ ਕਰਦੀ ਏ, ਪਰ ਸ਼ਰਤ ਇਹ ਕਿ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਬਚਨ ਉੱਤੇ ਪੂਰਨ ਅਟਲ ਭਰੋਸਾ ਰੱਖ ਕੇ ਬੰਦਾ ਚੱਲੇ, ਆਪਣੀ ਅਕਲ ਨਾ ਵਰਤੇ। ਇਸ ਸ਼ਬਦ ਵਿੱਚ ਭਗਤ ਰਵਿਦਾਸ ਸਾਹਿਬ ਜੀ ਇੱਕ ਤਾਂ ਮਾਲਕ ਸਾਹਮਣੇ ਅਰਦਾਸ ਕਰਦੇ ਨੇ, ਤੇ ਦੂਜਾ ਸਤ ਸੰਗਤ ਵਿੱਚ ਆਵਾਜ਼ ਦਿੰਦੇ ਨੇ ਕਿ ਹੈ ਕੋਈ ਮੇਰਾ ਸਾਥ ਦੇਣ ਵਾਲਾ, ਕਿਉਂਕਿ ਮੈਂ ਜੀਵਨ ਦਾ ਗੱਡਾ ਨਾਮ ਨਾਲ ਲੱਦ ਕੇ ਤੁਰਿਆ। ਤੇ ਤੀਸਰਾ ਭਗਤ ਰਵਿਦਾਸ ਸਾਹਿਬ ਇਸ ਸ਼ਬਦ ਵਿੱਚ ਜਿਸ ਮੌਤ ਤੋਂ, ਜਿਸ ਧਰਮ ਰਾਜ ਤੋਂ, ਚਿੱਤਰ ਗੁਪਤ ਤੋਂ ਲੋਕ ਤਰਿੰਦੇ ਨੇ, ਉਹਨੂੰ ਵੰਗਾਰ ਕੇ ਕਹਿੰਦੇ ਨੇ ਕਿ ਜੋ ਕੁਝ ਤੂੰ ਮੇਰੇ ਬਾਰੇ ਲਿਖ ਸਕਣਾ ਰੱਜ ਕੇ ਲਿਖ, ਪਰ ਤੇਰੀ ਕੋਈ ਲਿਖਤ ਮੇਰੇ ਤੇ ਲਾਗੂ ਨਹੀਂ ਹੋਵੇਗੀ, ਕਿਉਂਕਿ ਮੇਰੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਨਿਵਾਸ ਹੋ ਚੁੱਕਾ ਹੈ। ਇਹ ਅਸੀਂ 2 ਦਿਨਾਂ ਵਿੱਚ ਸ਼ਬਦ ਵਿਚਾਰਨ ਦਾ ਯਤਨ ਕਰਾਂਗੇ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਜਿਵੇਂ ਭਾਈ ਸਾਹਿਬ ਜੀ ਨੇ ਵੀ ਦੱਸ ਦਿੱਤਾ ਹੈ ਕਿ ਜੇ ਆਪਾਂ ਇਕਾਗਰਤਾ ਬਣਾਵਾਂਗੇ ਤੇ ਉਹ ਵਕਤੇ ਉੱਪਰ ਵੀ ਉਸ ਇਕਾਗਰਤਾ ਦਾ ਅਸਰ ਹੁੰਦਾ ਹੈ। ਠੀਕ ਹੈ, ਭਾਵੇਂ ਕੀਰਤਨ ਕਰੀਏ, ਕਥਾ ਕਰੀਏ, ਸੰਗਤ ਮਾਨ ਦੇ ਕੇ 2-2.5 ਫੁੱਟ ਉੱਚਾ ਪ੍ਰਚਾਰਕ ਕੀਰਤਨੀਆਂ ਨੂੰ ਬਿਠਾਉਂਦੀ ਏ, ਇਹਦਾ ਮਤਲਬ ਇਹ ਨਹੀਂ ਕਿ ਉਹ ਵੱਡਾ। ਇਸ ਕਰਕੇ ਵੀ ਤੂੰ ਗੁਰੂ ਦੀ ਗੱਲ ਸੁਣਾਉਣ ਲੱਗਾ, ਪਰ ਪਤਾ ਨਹੀਂ ਸੰਗਤ ਵਿੱਚ ਸੁਣਾਉਣ ਵਾਲਿਆਂ ਨਾਲੋਂ ਸੁਣਨ ਵਾਲੇ ਬੜੀ ਉੱਚੀ ਅਵਸਥਾ ਦੇ ਹੁੰਦੇ ਨੇ, ਕਿਰਪਾ ਦੇ ਪਾਤਰ ਹੁੰਦੇ ਨੇ, ਪਰ ਜਦੋਂ ਉਹ ਸੁਣ ਕੇ ਅੰਦਰੋਂ ਅਸੀਸ ਦਿੰਦੇ ਨੇ, ਸੱਚ ਇਹ ਉਦੋਂ ਸੁਣਨ ਵਾਲੇ ਦਾ ਵੀ, ਸੁਣਾਉਣ ਵਾਲੇ ਦਾ ਵੀ ਭਲਾ ਹੋ ਜਾਂਦਾ ਹੈ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਬਖਸ਼ੋ ਅਸੀਸ। ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਭਗਤ ਰਵਿਦਾਸ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪਹਿਲੀਆਂ ਜੋ ਤੁਕਾਂ ਨੇ ਉਹ ਅਰਦਾਸ ਰੂਪ ਉਚਾਰਨ ਕੀਤੀਆਂ ਨੇ। ਉਹ ਬਚਨ ਨੇ, ਘਟ ਅਵ ਘਟ ਡੂਗਰ ਘਣਾ। ਘਟ ਅਵ ਘਟ ਦਾ ਅਰਥ ਹੈ ਉੱਚੀ ਨੀਵੀਂ ਥਾਂ, ਬਿਖਮ ਰਸਤਾ, ਕਿਤੇ ਖਾਈ ਹੋਵੇ, ਕਿਤੇ ਟਿੱਬਾ ਹੋਵੇ, ਇਹਨੂੰ ਕਹਿ ਲਈਏ ਉਬੜ ਖੁਬੜ ਰਸਤਾ, ਜੋ ਰਸਤਾ ਇੱਕੋ ਜਿਹਾ ਨਹੀਂ, ਕੋਈ ਪਤਾ ਨਹੀਂ ਚੱਲਦਿਆਂ ਹੋਇਆਂ ਕਿਸ ਥਾਂ ਤੇ ਪੈਰ ਫਿਸਲਣਾ ਤੇ ਬੰਦੇ ਦੀ ਮੰਜ਼ਿਲ ਉਹ ਪਹੁੰਚ ਨਾ ਸਕੇ, ਰਸਤੇ ਵਿੱਚ ਹੀ ਨਾ ਕਿਤੇ ਰਹਿ ਜਾਏ। ਘਟ ਅਵਕਟ ਡੂਗਰ ਘਣਾ। ਹੇ ਪ੍ਰਭੂ, ਤੇਰੇ ਘਰ ਦਾ ਰਸਤਾ, ਪਰਮਾਰਥ ਦਾ ਰਸਤਾ ਬੜਾ ਔਖਾ ਹੈ, ਬੜਾ ਬਿਖਮ ਹੈ, ਪਰ ਜਿਹੜਾ ਮੈਂ ਨਾਲ ਲੈ ਕੇ ਤੁਰਿਆ ਇੱਕ ਨਿਰਗੁਣ ਬੈਲ ਖਮਾਰ। ਨਿਰਗੁਣ ਦਾ ਅਰਥ ਹੈ ਜਿਹਦੇ 'ਚ ਕੋਈ ਗੁਣ ਨਹੀਂ, ਕਿਉਂਕਿ ਅੱਖਰੀ ਅਰਥ ਕਰਕੇ ਵਿਸਤਾਰ ਨਾਲ ਵਿਚਾਰ ਕਰਾਂਗੇ, ਮੈਨੂੰ ਵੀ ਸਮਝ ਪੈ ਜਾਏਗੀ, ਕਿਉਂਕਿ ਮਕਸਦ ਕਥਾ ਦਾ ਸਿਰਫ ਇੰਨਾ ਹੈ ਕਿ ਕੰਨ ਰਸ ਨਾ ਬਣੇ, ਗੁਰੂ ਦੇ ਸ਼ਬਦ ਦੀ ਸੋਝੀ ਪੈ ਜਾਏ। ਘਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਜਿਸ ਵਿੱਚ ਕੋਈ ਗੁਣ ਨਹੀਂ। ਇਹ ਤੇ ਸ਼ਬਦ ਵਰਤਿਆ ਬੈਲ,
बैल का अर्थ बलद, साडा पेंडू शब्द सी ढग्गा। महाराज कहते ने एक निर्गुण बैल खमार, कहते ने मेरा मन जिहड़ा है ना ये वो बलद है, वो बैल है जिहदे कोल गुण कोई नहीं, इन्ना कमज़ोर है, ਇਹਦਾ पता ही नहीं इन्हें कित्थे मेरा साथ छड़ जाना है। घट अवकट डूगर घना, एक निर्गुण बैल खमार, रमैये स्यों एक बेनती। रमैये का अर्थ है सोहणे राम जी, राम जी का अर्थ करांगे रमया होया परमेश्वर जी। मेरी एक बेनती है रविदास दी, रमैये स्यों एक बेनती, मेरी पूंजी राख मुरार। मालक मैं शरदा दी पूंजी लैके, भावना दी पूंजी लैके, तेरी बख्शिश नाम दा गड्ढा भर के तुरिया मैं, तरस करी मैं जिंदगी दे सफर विच मेरी शरदा दी पूंजी ना किते लुटी जाए, मेरा अंदर ना किते लुटिया जाए। देखो इत्थे दास पहला एक बेनती जरूर करनी चाहेगा। पहली अरदास है मन बारे कि बलद गड्ढा लैके चलदा है, क्योंकि टांडा जिहड़ा शब्द है उन्हें कहा को बनजारो राम को मेरा टांडा लादिया जाए रे। टांडे दे तीन अर्थ ने। एक टांडे का अर्थ है कि लद्दे कोई गड्ढे जां बैलों का झुंड, जां इउं कह लो कि गड्डियां का काफला, उन्होंने भी आपां टांडा कहने। दूजा टांडे का अर्थ है कि वणजारियां की आबादी वाला थां, जिथे वणजारे अपना निवास रखते हैं। आपां पढ़ने हैं कि महाराज वणजारियां दे टांडे गए, ਇਹਦਾ मतलब कि जिथे उन्हां दी आबादी है। तीसरा टांडे का अर्थ है अपने पंजाबी का शब्द कि मक्की जां चरी का जिहड़ा बूटा है ना, आपां उहदे लई शब्द टांडा वरतने हां। हजूर सच्चे पातशाह जी ने इत्थे टांडे का अर्थ कि बलदां दा समूह, बलदां दा झुंड, गड्डियां दी बहुतात जिहड़ा काफला बन के तुरिया है। ते सतगुरु ने पहली बेनती भगत रविदास साहब ने की कि मालक मेरा बलद बड़ा कमज़ोर है। अक्सर जिहड़े खेती करते आए ने, जिहड़ा बलद कमज़ोर हुंदा सी ना उहनूं अगे लांदे सन ते ना पिछे लांदे सन। बलद कमज़ोर जिहड़ा होना उहनूं हमेशा गड्डे नूं अध विचकार रखना, क्योंकि अगे भी ताकत वाले पिछे भी ताकत वाले। अगे लावांगे किते रोक ना जाए, पिछे लावांगे किते पिछे बैठ ना जाए। विचकार रखना कि अगलियां नूं देख के बलद तुरदा रहे ते पिछलियां दी खल्लाशेरी मिलदी रहे। मालक जी मेरा मन कमज़ोर बलद है, मैनू गुरमुखां दे काफले विच रख लै, मैं उन्हां विच रहां जिथों मैनू तुरन दी जुगत, तुरन दा तरीका, तुरन दी विधि आउंदी रहे। देखो गल है गुरु ग्रंथ साहिब विच मन बारे सारी साधनी तां मन दी है। यही काबू आ जाए, पवाड़े दी जड़ भी ये जे ते सिर दा ताज भी ये जे। वासना दी सुगंधी बंदगी दी सुगंधी भी एक है, ते मलीनता दी बदबू भी एक है। प्रकाश वाला भी एक है, ते खनेरे विच डुबिया भी एक है। अज सिर्फ मैं मन संबंधी गुरु ग्रंथ साहिब विचों कुछ बेनतियां करनियां ने, किसी होर अन मत नूं आधार बना के नहीं। गुरु ग्रंथ साहिब विच मन दे संबंध विच बहुत सतगुरु ने रूपक वरते ने। जिवें इत्थे बैल शब्द आ गए, रूपक ही है ना एक। ते गुरु ग्रंथ साहिब दे दैवी ज्ञान दी आ बख्शिश है, ये अमूर्त नूं मूर्त कर सकदा है। ध्यान दिया जे, अमूर्त नूं मूर्त कर दिंदा है ते सूक्ष्म नूं सथूल कर दिंदा है। फिर बेनती करां कि जिस दा कोई रूप नहीं, कोई रेख नहीं, कोई रंग नहीं, उन्होंने भी मूर्त बना के कह दिंदा है कि खूब तेरी पगड़ी मीठे तेरे बोल। उन्होंने मूर्त का अर्थ दूजा ना कोई कर लेना, उन्होंने ਉਹਦੇ बारे भी सतगुरु गुरु ग्रंथ साहिब बचन करते हैं अमृत बाणी विच कि उस दे बोल बड़े मिठे ने। तेरी चाल सुहावी मधुराड़ी बाणी, कोकिन कोकला तरल जवानी। सूक्ष्म भावां नूं सथूल करके दस दिंदे ने ते सच ये वे जिहदा रूप रेख नहीं, ਉਹਦੀਆਂ ਝਲਕਾਂ गुरु ग्रंथ साहिब मरवा दिंदे ने। सतगुरु ने तां ही बाणी विच कहा कि वेद कतेब संसार खबाहूं बाहरा, नानक का पातशाह दिसै ज़ाहरा। इत्थे रूपक वरदिया मन ली बैल। गुरु ग्रंथ साहिब का पाठ करदिया मैं ज़्यादा नहीं, सिर्फ 4 बचन 5 करने ने मन संबंधी। महाराज जी ने किते रूपक वरतिया बैल, किते रूपक वरतिया हाथी, किते रूपक वरतिया गधा, किते मन लई रूपक वरतिया पंछी, किते रूपक वरतिया एक बालक,
ਕਿਤੇ ਰੂਪਕ ਵਰਤਿਆ ਇੱਕ ਸੱਪ, ਕਿਤੇ ਰੂਪਕ ਵਰਤਿਆ ਇੱਕ ਊਠ, ਕਿਤੇ ਰੂਪਕ ਵਰਤਿਆ ਇੱਕ ਅੰਨਾ ਖੂਹ, ਤੇ ਕਿਤੇ ਗੁਰੂ ਗ੍ਰੰਥ ਸਾਹਿਬ ਨੇ ਚਮਕਦੇ ਹੋਏ ਸੂਰਜ ਨਾਲ ਵੀ ਇਹਨੂੰ ਤੁਲਨਾ ਦੇ ਦਿੱਤੀ। ਹੁਣ ਜਿਹੜੇ ਰੂਪਕ ਵਰਤੇ ਨੇ, ਮਨ ਮੈਂ ਜਿਹੜੀ ਬੇਨਤੀ ਕੀਤੀ ਹੈ ਅਮੂਰਤ, ਪਰ ਉਹਨੂੰ ਮੂਰਤ ਦੇ ਰੂਪ ਵਿੱਚ ਕਿਵੇਂ ਦੱਸਿਆ ਹੈ? ਚਿੱਤਰ ਬਣਾ ਕੇ ਦੱਸਿਆ ਨਾ ਵੀ ਐਸਾ ਹੈ ਸੂਖਸ਼ਮ, ਪਰ ਸੂਖਸ਼ਮ ਦੀਆਂ ਗੱਲਾਂ ਸਥੂਲ, ਸਤੂਲ ਦਾ ਅਰਥ ਪ੍ਰਗਟ ਕਿਵੇਂ ਕੀਤੀਆਂ? ਜਿਵੇਂ ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਨੇ ਆ, ਧੰਨ ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤਹਿ ਜਾਏ। ਹੁਣ ਇਹ ਮੂਰਤ ਹੈ, ਇੱਕ ਹਾਥੀ ਹੈ, ਹਾਥੀ ਦੇ ਸਿਰ ਤੇ ਮਹਾਵਤ ਹੈ, ਮਹਾਵਤ ਦੇ ਹੱਥ ਵਿੱਚ ਕੁੰਡਾ ਹੈ, ਤੇ ਜਦੋਂ ਉਹ ਕੁੰਡਾ ਮਾਰਦਾ ਹੈ ਉਸੇ ਵਕਤ ਅੰਕੁਸ਼ ਵੱਜਣ ਦੀ ਦੇਰ ਹੈ, ਹਾਥੀ ਉਸ ਤਰੀ ਕਰਮ ਕਰਦਾ ਜਿਵੇਂ ਮਹਾਵਤ ਨੂੰ ਪ੍ਰੇਰਦਾ ਹੈ। ਅਸੀਂ ਇਸ ਰੂਪਕ ਦੀ ਤਹਿ ਵਿੱਚ ਜਾਣਾ, ਕਿਉਂ ਹਾਥੀ ਵਰਤਿਆ? ਮਹਾਰਾਜ ਕਹਿ ਰਹੇ ਨੇ ਕਿ ਮਨ ਕੁੰਚਰ ਪੀਲਕ ਗੁਰੂ, ਮਨ ਹਾਥੀ ਹੈ, ਪੀਲਕ ਗੁਰੂ ਦਰ ਤੇ ਮਹਾਵਤ ਸਮਰੱਥ ਗੁਰੂ ਹੈ। ਮਨ ਹਾਥੀ ਪੀਲਕ ਗੁਰੂ, ਵੈਸੇ ਬਾਣੀ ਵਿੱਚ ਇੱਕ ਸ਼ਬਦ ਹੁੰਦਾ ਪਪੀਲਕਾ, ਜਿੱਥੇ ਪੀਲਕ ਆਵੇਗਾ ਉਹ ਤਾਂ ਅਰਥ ਮਹਾਵਤ ਹੈ, ਤੇ ਜਿੱਥੇ ਸੰਸਕ੍ਰਿਤੀ ਵਿੱਚ ਪਪੀਲਕਾ ਆਇਆ ਹੈ ਉਹਦਾ ਅਰਥ ਕੀੜੀ ਹੈ। ਮਨ ਕੁੰਚਰ ਪੀਲਕ ਗੁਰੂ, ਮਨ ਹਾਥੀ ਹੈ, ਗੁਰੂ ਮਹਾਵਤ ਹੈ, ਗਿਆਨ ਕੁੰਡਾ, ਗੁਰੂ ਕੋਲ ਸ਼ਬਦ ਦੇ ਗਿਆਨ ਦਾ ਕੁੰਡਾ ਅੰਕੁਸ਼ ਹੈ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ, ਜਿੱਧਰ ਇਸ਼ਾਰੇ ਕਰਦਾ ਹੈ। ਹੁਣ ਹਾਥੀ ਨੂੰ ਰੱਸਾ ਤਾਂ ਪਾਇਆ ਹੀ ਕੋਈ ਨਹੀਂ। ਦੇਖੋ ਘੋੜੇ ਦੀ ਲਗਾਮ ਹੈ, ਘੋੜੇ ਨੂੰ ਕੜਿਆਲਾ ਪਾਇਆ ਹੈ, ਪਰ ਹਾਥੀ ਦੇ ਮੂੰਹ ਵਿੱਚ ਤਾਂ ਕਿਸੇ ਨੇ ਰੱਸਾ ਵੀ ਨਹੀਂ ਪਾਇਆ, ਉਹਦੇ ਗਲ ਵਿੱਚ ਵੀ ਰੱਸਾ ਨਹੀਂ। ਮਹਾਰਾਜ ਕਹਿੰਦੇ ਨੇ ਜੈ ਖਿੰਚੈ, ਇਹਦਾ ਅਰਥ ਜਿੱਧਰ ਉਹ ਪ੍ਰੇਰਦਾ ਹੈ। ਤੈਂ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਔਜੜ ਪਾਏ। ਹੁਣ ਰੂਪਕ ਹੈ ਹਾਥੀ। ਸਵਾਲ ਕਰਨ ਵਾਲਾ ਪੁੱਛੇਗਾ ਵੀ ਹਾਥੀ ਕਿਉਂ ਕਹਿ ਦਿੱਤਾ? ਹਾਥੀ ਵਿੱਚ ਗੁਣ ਵੀ ਬੜੇ ਨੇ ਤੇ ਇਹਦੇ ਵਿੱਚ ਔਗਣ ਵੀ ਬੜੇ ਨੇ। ਇਹਦੇ ਵਿੱਚ ਇੱਕ ਪਹਿਲੀ ਗੱਲ ਕਿ ਇਹ ਭਰਮਣਕਾਰੀ ਹੈ, ਇਹਨੇ ਤੁਰਦੇ ਫਿਰਦੇ ਰਹਿਣਾ ਹੈ। ਦੂਜਾ, ਹਾਥੀ ਬੇਸਮਝ ਤੇ ਅਵੈੜਾ ਬਹੁਤ ਹੈ। ਤੀਸਰਾ, ਇਹਦੇ ਵਰਗਾ ਖਰੂਦੀ ਕੋਈ ਨਹੀਂ। ਤੇ ਚੌਥਾ, ਹਾਥੀ ਵਰਗੀ ਮਲੀਨਤਾ ਇਕੱਠੀ ਕਰਨ ਵਾਲਾ ਵੀ ਕੋਈ ਨਹੀਂ। ਇਹ ਰੂਪਕ ਹੈ ਨਾ, ਇਹਨੂੰ ਥੋੜਾ ਜਿਹਾ ਮਨ ਨੂੰ ਦੇਖੀਏ, ਹਾਥੀ ਕਿਉਂ ਕਹਿ ਦਿੱਤਾ? ਹਾਥੀ ਵਿੱਚ ਪਹਿਲੀ ਬੇਨਤੀ ਮੈਂ ਕੀਤੀ ਬੇਸਮਝ ਅਵੈੜਾ ਹੈ ਤੇ ਭਰਮਣਕਾਰੀ, ਇਹ ਤੁਰਦਾ ਹੀ ਰਹਿੰਦਾ ਹੈ। ਜਦੋਂ ਵੀ ਹਾਥੀ ਨੂੰ ਕੋਈ ਪਕੜਦਾ ਹੈ, ਅਸਲ ਵਿੱਚ ਹਾਥੀ ਜਿਹੜਾ ਉਹ ਖਾਣ ਵਾਸਤੇ ਕੋਈ ਵਿਖਾਣ ਲਈ ਨਹੀਂ, ਉਹਨੂੰ ਇਸ ਕਰਕੇ ਨਹੀਂ ਖਾਣਾ ਕੋਈ ਖੁਰਾਕ ਦਿੰਦਾ, ਉਹਦਾ ਬੁੱਤ ਬਾਲਾ ਵਿਖਾਣਾ ਹੈ, ਉਹਦਾ ਢਾਂਚਾ ਵਿਖਾਣ ਵਾਸਤੇ। ਹਾਥੀ ਤੋਂ ਲੋਕ ਕੰਮ ਰਹਿੰਦੇ ਸਨ, ਇਹ ਸਮਾਨ ਢੋਂਦਾ ਹੈ, ਇਹ ਜੰਗਾਂ ਯੁੱਧਾਂ ਦੇ ਕੰਮ ਆਉਂਦਾ ਸੀ। ਇਹਦੇ ਉੱਤੇ ਸੈਨਾਪਤੀ ਬੈਠ ਕੇ ਮੈਦਾਨੇ ਜੰਗ ਵੀ ਜਾਂਦੇ ਸਨ, ਹਾਥੀ ਨਾਲ ਤੋਪਾਂ ਖਿੱਚੀਆਂ ਜਾਂਦੀਆਂ ਨੇ। ਇਹ ਭਰਮਣਕਾਰੀ ਹੈ, ਇਹਨੂੰ ਇੱਕ ਥਾਂ ਤੇ ਟਿਕਣ ਨਹੀਂ ਦਿੰਦੇ। ਜਿਹੜੇ ਮੰਗਤੇ ਵੀ ਅੱਜ ਹਿੰਦੁਸਤਾਨ ਵਿੱਚ ਹਾਥੀ ਰੱਖਦੇ ਨੇ, ਸੱਚ ਇਹ ਵੀ ਉਹ ਵੀ ਸਾਰਾ ਦਿਨ ਗਲੀਆਂ ਵਿੱਚ ਘੁਮਾਉਂਦੇ ਨੇ, ਹਾਥੀ ਦੇ ਜ਼ਰੀਏ ਉਹ ਮੰਗਦੇ ਪਏ ਨੇ। ਮਹਾਰਾਜ ਜੀ ਨੇ ਕਿਹਾ ਦੇਖ, ਹਾਥੀ ਵੀ ਟਿਕ ਕੇ ਨਹੀਂ ਉਹ ਬਹਿੰਦਾ, ਤੇ ਅੰਦਰ ਵਾਲਾ ਜਿਹੜਾ ਮਨਵਾ ਹੈ ਨਾ, ਇਹ ਵੀ ਹਾਥੀ ਦੀ ਤਰ੍ਹਾਂ ਹੈ। ਹਾਥੀ ਪਿੰਡ ਦੀਆਂ ਗਲੀਆਂ ਵਿੱਚ, ਅੱਜ ਇਸ ਮਹੱਲੇ ਵਿੱਚ, ਕੱਲ ਦੂਜੇ ਮਹੱਲੇ ਵਿੱਚ, ਉਹ ਦਿਨਾਂ ਵਿੱਚ ਭਰਮਣ ਕਰਦਾ ਹੈ, ਪਰ ਅੰਦਰ ਵਾਲਾ ਮਨ ਹਾਥੀ ਜਿਹੜਾ ਇੱਕ ਖਿੰਨ ਵਿੱਚ ਪਤਾ ਨਹੀਂ ਕਿੰਨੇ ਕੋਈ ਸ਼ਹਿਰ ਘੁੰਮ ਕੇ ਆ ਜਾਂਦਾ ਹੈ। ਭਰਮਣਕਾਰੀ ਹੈ ਨਾ। ਦੂਜਾ, ਹਾਥੀ ਵਿੱਚ ਅਵੈੜਾਪਣ ਬਹੁਤ ਹੈ, ਇਹ ਕ੍ਰੋਧੀ ਬਹੁਤ ਹੈ, ਤੇ ਦੂਸਰਾ ਇਹ ਕਾਮੀ ਬਹੁਤ ਹੈ। ਦੋ ਗੱਲਾਂ ਇਹਦੇ ਵਿੱਚ ਨੇ। ਜਦੋਂ ਹਾਥੀ ਪੇਟ ਭਰ ਕੇ ਖਾਂਦਾ ਹੈ, ਇਹਨੂੰ ਰਜਾ ਦਿੰਦਾ, ਅਕਸਰ ਮਹਾਵਤ ਯਤਨ ਕਰਦਾ ਇਹਨੂੰ ਮੁਕੰਮਲ ਤੌਰ ਤੇ ਰਜਾਇਆ ਨਾ ਜਾਏ। ਜਦੋਂ ਰੱਜਦਾ ਹੈ, ਉਦੋਂ ਹਾਥੀ ਖਰੂਦੀ ਬਣ ਕੇ ਜਾਂ ਵਿਸ਼ਈ ਕਾਮੀ ਬਣ ਜਾਂਦਾ ਹੈ ਜਾਂ ਕ੍ਰੋਧੀ ਬਣਦਾ ਹੈ। ਤੁਸੀਂ ਦੇਖੋਗੇ ਜਦੋਂ ਹਾਥੀ ਕ੍ਰੋਧਿਤ ਹੋ ਜਾਏ ਤੇ ਜਿਸ ਮਹਾਵਤ ਦੇ ਕੁੰਡੇ ਨਾਲ ਚੱਲਦਾ ਹੈ, ਉਹਦੇ ਘਰ ਨੂੰ ਹੀ ਆਪਣੇ ਸਿਰ ਤੇ ਸੁੰਡ ਦੇ ਨਾਲ ਤਬਾਹ ਕਰਕੇ ਰੱਖ ਦਿੰਦਾ ਹੈ, ਉਹਨਾਂ ਨੂੰ ਕੁਚਲ ਦਿੰਦਾ ਹੈ, ਮਾਰ ਦਿੰਦਾ ਹੈ। ਇਹ ਵੀ ਮਨ ਦੀ ਇੱਕ ਹਾਲਤ ਜੇ। ਹਾਥੀ ਤਾਂ ਥੋੜ੍ਹਾ ਬਹੁਤਾ ਖਰੂਦ ਪਾਉਂਦਾ ਹੈ, ਇੱਕ ਦੋ ਪਿੰਡ ਤੱਕ ਸੀਮਿਤ ਹੈ। ਇਹ ਤਾਂ ਅੰਦਰ ਵਾਲਾ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਖਰੂਦ ਪਾਉਂਦਾ ਪਿਆ। ਜਦੋਂ ਇਹ ਵੀ ਖਰੂਦ ਪਾਉਂਦਾ, ਉਦੋਂ ਇਹਦੇ ਉੱਤੇ ਪੂਰਨ ਵਾਸ਼ਨਾ ਅਸਵਾਰ ਹੁੰਦੀ ਹੈ। ਤੀਜਾ, ਹਾਥੀ ਦਾ ਇੱਕ ਹੋਰ ਔਗਣ ਹੈ ਕਿ ਉਹਨੂੰ ਇਸ਼ਨਾਨ ਭਾਵੇਂ ਕੋਈ ਗੰਗਾ ਵਿੱਚ ਕਰਾ ਦੇ, ਉਹਨੂੰ ਇਸ਼ਨਾਨ ਭਾਵੇਂ ਕੋਈ ਨਿਰਮਲ ਨੀਰ ਨਾਲ ਮਲ ਕੇ ਉਹਨੂੰ ਧੋ ਦੇ, ਨਵਾ ਦੇ,
बस बाहर कड्ढण दी देर है। उसे हाथी ने अपने पिंडे ते अपने जिस्म ते सुंड दे नाल मिट्टी, सुंड दे नाल राख, सुंड दे नाल सवाह अपने मत्थे ते पान लग पैंदा है। कहंदे ने इहदा भी एक औगण जे चंगा भला संगत चों नहा के जांदा है, बाहर जाण दी देर इक्को दम अपने विच फुरनियां दी आपे सवाह पान लग पैंदा है कि मन हाथी मलीन है। देखो जिहड़े रूपक सन ना, इन्हां दा कोई भाव अर्थ है। मन हाथी दी तरह, क्योंकि असीं सिर्फ इस प्रकरण ते चलना है। एक निर्गुण बैल खमार, ये विचों तुक दा हिस्सा लिया है। मन हाथी दी तरह है। पर महाराज जी ने कहा यह समझ वाला भी बड़ा है। जदों यही महावत दे अधीन हो जाए तो इनू चोखा बन्नण दी लोड़ नहीं पैंदी। महावत दे इशारियां नाल, ओदे हथ पैर दे इशारे नाल, ओदे अंकुश दे इशारे नाल यही हाथी चलन लग पैंदा है। जदों यही हाथी किते सही रस्ते ते चल पे, यदी ताकत सही वरतों कीती जाए, यही बहुत भार ढोण दे काम आ जांदा है। देखो हाथी दे दोनों पक्ष ने। दूसरा गुरु ग्रंथ साहिब विच एक मन का रूपक वरत्या है कि कर हले मन परदेसिया क्यों मिलिए खरमाए। हुण देखो जिहड़ा कर हला शब्द है, इहदा वैसे अर्थ है, कर हले दा अर्थ आपां ऊठ करने, इहदे अर्थ ने ऊठ दा बच्चा। कहंदे ने मन तां ऊठ दे बच्चे दी तरह है। वो क्यों कह दिता, वो रूपक इस करके लिया है। कदी तुसी देखो हाथी दे तन दी बनतर फिर भी शेप बड़ी सोहनी है, इन्नी उबड़ खुबड़ नहीं। पर कदी तुसी ऊठ दी बनतर देखियो, ओदी गर्दन तो लैके पिछे तक पूरे दी पूरी बनतर ही जड़ी टेढ़ी मेढ़ी है। वो इस करके वरत्या कि जिवें आ टेढ़ा मेढ़ा बाहर कर हला ऊठ दा बच्चा है, सच एवे कि इहदा तां टेढ़ापन कुछ कु रीढ़ दी खड्डी दी जांदी पई है, पर अंदर जदों टेढ़ा हो जाए इहदे तां टेढ़ेपन दा थां ही कदी नहीं आउंदा हुंदा, क्योंकि ऊठ दी तरह है ना। साहब ने क्या कर हरे मन परदेसिया क्यों मिलिए खरमाए, किवें उहनूं मिलिया जाए। सतगुरु ने उत्थे ऊठ दा रूपक वरत्या। दूजा ऊठ दा वैर बड़ा भैड़ा है। क्यों रूपक वरत्या, फिर बेनती करा कि किरसान, मान लो ऊठ वाहण वाले जिहड़े लोक ने जां मारूथल च ऊठ रखदे ने, वो ऊठ नूं घर तंग करी जा रहे, उहनूं सोटे मारदा है, उहनूं शमका मारदा। शमक समझदे हो, बड़ा पुराना है, तूत दियां बनदियां सन, तूत दियां शमका उहदे मूँह ते मारदा है। ते कदी भी ऊठ ना उहनूं घर विच कुछ नहीं कहेगा, उहनूं पता है इहदे परिवार दे जी इहदे नाल ने, जे मैं कुछ कहा मेरा नुकसान करनगे। पर जदों ओही ऊठ अक्या होया खेतां भी जांदा है, सच एवे वो वैर अंदर रख लैंदा है। कुछ दिनां तो बाद अपने वैर नूं वो इकल्लियां दे के मालक नाल कढ लैंदा। ਉਹਦਾ एक औगण है, वो वैर बड़ा अंदर रखदा है। तो कई बारी ये लोग कहिंदे ने जिहड़ा बंदा अंदरों गल ना छड्डे, ਉਹਨੂੰ कहन लग पैंदे ने ਇਹਦੀ बिरती ऊठ की तरह, ਇਹਨੇ वैर नहीं जे अंदरों भुलाना। ये मन की करदा है, गुरुद्वारे आउंदा है, ਇਹਨੂੰ चंगा भला समझाने हाँ भी तू आ ख्याल ना कर, आ फुरना ना बना, ਇਹਦੇ तो रुक। तो कई बारी इन्ना खिज जाता है ना, जिन्हां गल्लां तो रोकने आ, बंदे नूं एकांत विच वेख बैठिया इकल्लियां देखिया, मन पूर्ण तौर पर कब्जा करके ਉਹੀ ਇਹਦੇ तो कर्म करान लग पैंदा है। ये वैर भी रखदा है। महाराज जी ने ऊठ किया मन नूं। आ शायद कल सुबह बाणी विच एक अमृत वेले की कथा च बेनती की, जिथे ऊठ ते हाथी रूपक है, उत्थे सच्चे पातशाह जी ने बाणी विच मन लई गधे का रूपक भी वरतिया। वो असीं पढ़ने हैं, मन खुटहर तेरा नहीं विसास, तू महा उदमादा, खर का पैखर तो छुटै जो ऊपर लादा। हुण उत्थे रूपक तां वरतिया, उस दिन बेनती की सी, गधा भावें 25 साल, वैसे तो उम्र उहदी 20 कुछ साल 22 कढ़दा है, कि भावें कई सालां तो मालक दे घर रहे, मालक उहदा भरोसा नहीं जे करदा। भावें वो 15 साल तो मालक दे घर है, वो कदी भी नहीं कहता ਇਹਦੇ पैर खाली रहन दिओ। कहते ने ठीक है मेरी खुरली ते दाना खांदा है, पर ਇਹਦਾ कोई भरोसा नहीं, ये मैनू ही दलतियां मार के चला जाए। महाराज कहते ने आ जिहड़ा मनुआ है ना, ਇਹਦਾ भी कोई भरोसा नहीं। पर वो जदों भी ਇਹਦੇ पैर चों रस्सा खोलदा है, पहला ਉਹਦੇ ते छट लद दिंदा है, भार लददा है, तां पैर चों रस्सा खोलदा है। कहते ने मन तां गधे की तरह है, ਇਹਨੂੰ खाली ना छड्डी, तेनू ही दुलत्ते मारेगा, भावें कई जन्मां दा तेरे नाल चले है,
पर जे ਇਹਦੇ ਪੈਰਾਂ 'ਚੋਂ ਰੱਸਾ ਖੋਲ੍ਹਣਾ, ਇਹਦੇ ਉੱਤੇ ਜਪ ਤਪ ਸੇਵਾ ਬੰਦਗੀ ਦੀ ਛੱਟ ਪਾ। ਹੁਣ ਇਹ ਵੀ ਇੱਕ ਰੂਪਕ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਮਨ ਪੰਛੀ ਵੀ ਕਿਹਾ, ਤੇ ਸਤਿਗੁਰੂ ਦੇ ਬਚਨ ਅਸੀਂ ਪੜ੍ਹਨੇ ਆ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹੁਣ ਮਨ ਨੂੰ ਪੰਛੀ ਕਿਹਾ ਕਿਉਂਕਿ ਉਹ ਰੁੱਖ ਬੜੇ ਬਦਲਦਾ ਹੈ। ਇੱਕ ਰੁੱਖ ਦੇ ਪੰਛੀ ਨਹੀਂ ਬੈਠਦਾ। ਉਹ ਅੱਜ ਇਸ ਰੁੱਖ ਤੇ ਵਿੱਚ ਚੁੰਝ ਮਾਰ ਰਿਹਾ, ਕੱਲ ਨੂੰ ਕਹੇਗਾ ਨਹੀਂ ਇਹਦਾ ਸਵਾਦ ਨਹੀਂ, ਫਲ ਦੂਜੇ ਕੋਲ ਚਲੀਏ। ਕੱਲ ਨੂੰ ਦੂਸਰੇ ਰੁੱਖ ਦੀ ਥਾਂ ਤੇ ਤੀਜੇ ਤੇ, ਕਦੀ ਉਹਨੂੰ ਦੇਖੋ ਟਿਕ ਕੇ ਨਹੀਂ ਬੈਠਦਾ। ਕਹਿੰਦੇ ਨੇ ਮਨ ਤਾਂ ਪੰਛੀ ਦੀ ਤਰ੍ਹਾਂ ਹੈ, ਇਹਦੇ ਵਿੱਚ ਕਿਹੜਾ ਟਿਕਾ। ਕਦੀ ਇੱਕ ਪਾਸੇ ਤੁਰਿਆ, ਕਹਿੰਦਾ ਨਹੀਂ ਇੱਥੇ ਕੋਈ ਗੱਲ ਨਹੀਂ ਬਣੀ, ਹੁਣ ਦੂਜੇ ਕੋਲ ਚਲੀਏ। ਉਹ 4 ਕੁ ਦਿਨ ਉਹਦੀਆਂ ਸਿਫਤਾਂ ਕਰਦਾ, ਤੇ ਮਹੀਨੇ ਕੁ ਬਾਅਦ ਫਿਰ ਉਹਦੀ ਨਿੰਦਿਆ ਕਰਨ ਲੱਗ ਪੈਂਦਾ। ਆ ਸਾਡੇ ਸਮਾਜ ਦਾ ਪਰਮਾਰਥ ਦਾ ਜ਼ਿਆਦਾ ਸਿਸਟਮ ਇਹ ਬਣ ਗਿਆ। ਪਹਿਲਾਂ 4 ਕੁ ਦਿਨ ਵਾਹ ਕਰਦੇ, ਨਹੀਂ ਜੀ ਬੜੀ ਅੰਦਰ ਦੀ ਗੱਲ, ਕੋਲ ਗਏ ਕਮਾਲਾਂ ਕਰ ਦਿੱਤੀਆਂ, ਸੱਚੀ ਮੁੱਚੀ ਉਹਨਾਂ ਦਾ ਜੀਵਨ ਹੀ ਬੜਾ ਚੰਗਾ। ਜਿੱਥੇ ਬਹਿਣਗੇ ਸਿਫਤ, ਤੇ ਮਹੀਨੇ ਕੁ ਡੇਢ ਬਾਅਦ ਫਿਰ ਉਹ ਦੂਜੇ ਪਾਸੇ ਚੱਲ ਪੈਂਦੇ ਨੇ, ਤਵਾ ਰੱਖ ਕੇ ਲਾਉਂਦੇ ਨੇ, ਛੱਡੋ ਜੀ ਅਸੀਂ ਤਾਂ ਭੁਲੇਖੇ ਵਿੱਚ ਸਾਂ, ਕੋਈ ਬੰਦਾ ਹੈ। ਮਹਾਰਾਜ ਕਹਿੰਦੇ ਨੇ ਕਸੂਰ ਇਹ ਤੇਰਾ ਨਹੀਂ, ਤੇਰਾ ਮਨ ਹੀ ਪੰਛੀ ਹੈ। ਇਹ ਫਲ ਚੱਖਣ ਵਾਲੇ ਪਾਸੇ ਪੈ ਗਿਆ, ਇਹਨੂੰ ਸਵਾਦ ਹੀ ਨਹੀਂ ਕਿਤੋਂ ਆ ਰਿਹਾ। ਸਤਿਗੁਰੂ ਨੇ ਕਿਹਾ ਮਨ ਪੰਛੀ ਦੀ ਤਰ੍ਹਾਂ ਟਿਕਾ ਨਹੀਂ, ਭਟਕਦਾ ਪਿਆ ਹੈ, ਸਥਿਰ ਨਹੀਂ। ਮਹਾਰਾਜ ਜੀ ਨੇ ਪੰਛੀ ਦਾ ਰੂਪਕ ਵਰਤਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਨ ਨੂੰ ਬੱਚਾ ਕਿਹਾ। ਜਿਵੇਂ ਭਾਈ ਸਾਹਿਬ ਕਹਿ ਰਹੇ ਸਨ, ਹੁਣ ਨਿਆਣਾ ਜਿਹੜਾ ਇਹਦਾ ਟਿਕਾ ਥੋੜਾ ਹੈ। ਇਹਨੂੰ ਪੁੱਛ ਕੇ ਦੇਖੋ, ਇਹਦਾ ਮਨ ਵੀ ਨਹੀਂ ਟਿਕਦਾ, ਇਹਦਾ ਤਨ ਵੀ ਨਹੀਂ ਟਿਕਦਾ। ਤੇ ਇਹ ਇੰਨਾ ਭੁਲੱਕੜ ਹੈ, ਜੋ ਕੁਝ ਇਹਨੂੰ ਹੁਣ ਦੱਸਿਆ ਸਵੇਰੇ ਭੁੱਲ ਜਾਏਗਾ, ਜੋ ਸਵੇਰੇ ਦੱਸਿਆ ਸ਼ਾਮ ਨੂੰ ਭੁੱਲ ਸਕਦਾ ਹੈ। ਕਹਿੰਦੇ ਨੇ ਇੱਕ ਖਿੰਨ ਵਿੱਚ ਕੋਈ ਪੁਚਕਾਰੇ ਤੇ ਖੱਸਣ ਲੱਗ ਪੈਂਦਾ ਹੈ, ਤੇ ਥੋੜਾ ਜਿਹਾ ਦਬਕਾ ਲਾਓ ਤੇ ਰੋਣ ਲੱਗ ਪੈਂਦਾ। ਕਹਿੰਦੇ ਨੇ ਮਨ ਦੀ ਅਵਸਥਾ ਹੈ, ਬੱਚੇ ਦੀ ਤਰ੍ਹਾਂ ਹੈ। ਕਾਇਆ ਨਗਰ ਇੱਕ ਬਾਲਕ ਬਸਿਆ। ਦੇਖੋ ਕਿੰਨੇ ਪ੍ਰਮਾਣ ਗੁਰੂ ਸਾਹਿਬ ਨੇ ਸਮਝਾਉਣ ਲਈ ਦਿੱਤੇ। ਹੁਣ ਐਡਾ ਵੱਡਾ ਮਨ ਦਾ ਗਿਆਨ, ਜਿਹੜੇ ਲੋਕ ਇਹ ਕਹਿੰਦੇ ਆ ਵੀ ਰੂਹਾਨੀਅਤ ਦੀ ਗਹਿਰਾਈ ਨਹੀਂ ਸਮਝ ਪੈਂਦੀ, ਸਭ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸਾਹਿਬ ਕਹਿੰਦੇ ਨੇ ਕਾਇਆ ਨਗਰ ਇੱਕ ਬਾਲਕ ਬਸਿਆ, ਖਿਨ ਪਲ ਥਿਰ ਨਾ ਰਹਾਈ, ਅਨਕ ਉਪਾਵ ਜਤਨ ਕਰ ਥਾਕੇ ਬਾਰੰਗ ਬਾਰ ਪਰਮਾਈ। ਇਹ ਤਾਂ ਵਾਰ-ਵਾਰ ਭਟਕਾਈ ਜਾਂਦਾ ਹੈ। ਸਿਰ ਮੇਰੀ ਇੱਕ ਬੇਨਤੀ ਸੀ ਕਿ ਮਨ ਨੂੰ ਅਨੇਕਾਂ ਰੂਪਾਂ ਵਿੱਚ ਮਹਾਰਾਜ ਜੀ ਨੇ ਕਿਹਾ। ਹੁਣ ਧਰਮ ਦੀ ਸਾਰੀ ਸਾਧਨਾ ਜਿਹੜੀ ਹੈ ਨਾ, ਉਹ ਮਨ ਦੀ ਹੈ ਕਿ ਮਨ ਕਾਬੂ ਆ ਜਾਏ, ਮਨ ਟਿਕ ਜਾਏ, ਕਿਤੇ ਮਨ ਦੇ ਵਿੱਚ ਰਸ ਆ ਜਾਏ। ਹੁਣ ਮਨ ਫਿਰ ਥੋੜਾ ਜਿਹਾ ਚੱਲੀਏ ਬਾਣੀ 'ਚ। ਅੱਜ ਰਵਿਦਾਸ ਭਗਤ ਜੀ ਨੇ ਕਿਹਾ ਕਿ ਮਾਲਕ ਇਹ ਬੜਾ ਕਮਜ਼ੋਰ ਹੈ, ਇਹਦਾ ਕੋਈ ਭਰੋਸਾ ਨਹੀਂ ਕਿ ਇਹਨੇ ਕਿੱਥੇ ਬੈਠ ਜਾਣਾ ਹੈ। ਤੇ ਮੇਰਾ ਖਿਆਲ ਹੈ ਕਈ ਐਸੇ ਵੀ ਸੱਜਣ ਹੋਣਗੇ, ਸੁਣਦੇ ਹੋਣ ਭਾਵੇਂ ਘਰਾਂ 'ਚ ਭਾਵੇਂ ਇੱਥੇ, ਕਈ ਸਾਲ ਨੇਮ ਬਣਦੇ ਨੇ, ਬਸ ਇੱਕ ਦਿਨ ਬਸ ਥਿੜਕਦਾ ਹੈ ਤੇ ਇਹਦਾ ਕੋਈ ਭਰੋਸਾ ਨਹੀਂ। ਕਈ ਸਾਲਾਂ ਦਾ ਨੇਮ ਇੱਕ ਦਿਨ ਦੇ ਵਿੱਚ ਹੀ ਸਭ ਕੁਝ ਖਤਮ ਕਰਕੇ ਰੱਖ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਇਹ ਰਸਤਾ ਸੌਖਾ ਨਹੀਂ। ਜਿਹੜੀ ਅੱਜ ਮੈਂ ਬੇਨਤੀ ਕਰਨੀ ਹੈ, ਥੋੜਾ ਜਿਹਾ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਚੱਲੀਏ। ਲੋਕ ਕਹਿੰਦੇ ਨੇ ਭਗਤੀ ਵੇਲੜਾਂ ਦਾ ਕੰਮ ਹੈ। ਸੱਚ ਇਹ ਵੇ ਭਗਤੀ ਮਰਦਾਂ ਤੇ ਮਰਜੀਵੜਿਆਂ ਦਾ ਕੰਮ ਹੈ। ਲੋਕ ਆਮ ਤੌਰ ਤੇ ਕਹਿੰਦੇ ਆ ਛੱਡੋ ਜੀ ਇਹਨੇ ਤਾਂ ਮਾਲਾ ਫੜ ਲਈ। ਨਹੀਂ, ਬੰਦਗੀ ਕਮਜ਼ੋਰ ਬੰਦਾ ਨਹੀਂ ਕਰ ਸਕਦਾ। ਬੁੱਝਦਿਲ ਬੰਦੇ ਦੇ ਵੱਸ ਦਾ ਕੰਮ ਨਹੀਂ ਮਨ ਨਾਲ ਯੁੱਧ ਕਰਨਾ। ਮਨ ਨੂੰ ਤਾਂ ਕੋਈ ਸੂਰਮਾ ਸੂਰਬੀਰ ਬਲੀ ਜਿੱਤ ਸਕਦਾ ਹੈ। ਤਨ ਕਰਕੇ ਲੋਕਾਂ ਤੇ ਕਬਜ਼ੇ ਕਰਨੇ ਬਹੁਤ ਸੌਖੇ ਜੇ, ਪਰ ਮਨ ਕਰਕੇ ਅੰਦਰ ਤੇ ਕਬਜ਼ਾ ਕਰਨਾ ਬਹੁਤ ਮੁਸ਼ਕਲ ਹੈ। ਸਤਿਗੁਰੂ ਨੇ ਕਰਾਮਾਤੀ ਸਾਧੂਆਂ ਨੂੰ ਇਹ ਗੱਲ ਕਹਿ ਦਿੱਤੀ ਸੀ। ਕਹਿਣ ਲੱਗੇ ਤੁਸੀਂ ਕਰਾਮਾਤਾਂ ਨਾਲ ਲੋਕਾਂ ਨੂੰ ਤਾਂ ਵਸ ਕਰ ਲਿਆ, ਪਰ ਕਰਾਮਾਤ ਵੀ ਅੰਦਰ ਦੀ ਇਕਾਗਰਤਾ ਵਿੱਚੋਂ ਨਿਕਲੀ। ਇੰਨੀ ਇਕਾਗਰਤਾ ਲੈ ਕੇ ਕਰਾਮਾਤ ਵਿਖਾ ਕੇ ਵੀ ਤੁਹਾਡਾ ਮਨਵਾ ਤਾਂ ਆਪਣੇ ਵਸ ਵਿੱਚ ਹੀ ਨਹੀਂ। ਰੋਜ਼ ਅਸੀਂ ਇਹ ਬਚਨ ਪੜ੍ਹਨੇ ਆ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਮਨ ਨੂੰ ਜਿੱਤੇ ਤਾਂ ਤੂੰ ਦੁਨੀਆ ਫਤਿਹ ਕਰ ਸਕੇਗਾ। ਜਿਹੜੇ ਲੋਕ ਮਨ ਦੇ ਗੁਲਾਮ ਬਣ ਜਾਂਦੇ ਨੇ, ਸੱਚ ਇਹ ਉਹ ਦੁਨੀਆ ਨੂੰ ਫਤਿਹ ਕਦੀ ਨਹੀਂ ਕਰ ਸਕਦੇ। ਆਓ ਥੋੜਾ ਜਿਹਾ ਬਾਣੀ ਚੋਂ ਹੈ ਕਿ ਬਹੁਤ ਵਿਖਮ ਰਸਤਾ ਹੈ, ਉਬੜਾ ਖੁਬੜਾ ਰਸਤਾ ਹੈ। ਕਿਵੇਂ ਆਪਾਂ ਇਹਨੂੰ ਕਾਬੂ ਕਰੀਏ? ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਆ ਨਾ, ਅੱਜ ਮਨ 'ਚ ਆਇਆ ਕਿ ਰਵਿਦਾਸ ਸਾਹਿਬ ਜੀ ਨੇ ਕਿਹਾ ਘਟ ਅਵਕਟ ਡੂਗਰ ਘਣਾ, ਬੜਾ ਵਿਖਮ। ਇਹ ਸਾਰੇ ਪਰਮਾਰਥ ਵਾਲਿਆਂ ਨੇ ਕਿਹਾ ਨਹੀਂ, ਇਹ ਮੱਥੇ ਟਿਕਾਣੇ ਬੜੇ ਸੌਖੇ ਜੇ। ਖਿਮਾ ਕਰਿਓ, ਰਾਮ ਨਾਮ ਕਿਹਾ ਤੇ ਨਮਸਕਾਰ ਹੋ ਗਈ।
ਅੰਦਰੋਂ ਯੁੱਧ ਕਰਨਾ, ਅੰਦਰ ਨੂੰ ਜਿੱਤਣਾ। ਬਾਬਾ ਫਰੀਦ ਪਹਿਲੇ ਮਹਾਂਪੁਰਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਜੇ ਅਸੀਂ ਹਿਸਟਰੀ ਨੂੰ ਸਮੇਂ ਦੇ ਅਨੁਸਾਰ ਦੇਖੀਏ ਤਾਂ, ਕਿਉਂਕਿ ਉਹਨਾਂ ਦਾ ਜਨਮ 1173 ਦਾ ਹੈ, ਉਹਨਾਂ ਦਾ ਚਲਾਣਾ 1265 ਦਾ ਹੈ। ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਿਸ ਰਸਤੇ ਤੇ ਮੈਂ ਤੁਰਿਆ, ਕਹਿੰਦੇ ਨੇ ਰਸਤਾ ਬੜਾ ਮੁਸ਼ਕਲ ਜੇ, ਵਾਟ ਹਮਾਰੀ ਖਰੀ ਉਡੀਣੀ, ਘਟ ਅਵਕਟ ਡੂਗਰ ਘਣਾ। ਵਾਟ ਦਾ ਅਰਥ ਹੈ ਰਸਤਾ, ਮਾਰਗ। ਸਾਡੀ ਵਾਟ ਬੜੀ ਉਡੀਣੀ ਦੇ ਅਖਰੀ ਅਰਥ ਵੈਸੇ ਉਦਾਸ ਹੁੰਦੇ ਨੇ, ਪਰ ਇਹਦੇ ਹੋਰ ਡੂੰਘੇ ਅਰਥ ਕਰਾਂਗੇ, ਚਿੰਤਾ ਤੁਰ ਦੁਖਦਾਈ। ਕਹਿੰਦੇ ਨੇ ਜਿਸ ਵਾਟ ਤੇ, ਜਿਸ ਮਾਰਗ ਤੇ ਆਪਾਂ ਚੱਲੇ ਆ, ਇਹ ਰਸਤਾ ਬਹੁਤ ਵਿਖਮ ਹੈ, ਇਹ ਚਿੰਤਾ ਤੁਰ ਕਰਨ ਵਾਲਾ ਦੁਖਦਾਈ ਰਸਤਾ ਹੈ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ। ਕਹਿੰਦੇ ਨੇ ਖੰਡੇ ਨਾਲੋਂ ਵੱਧ ਤਿੱਖੀ ਹੈ, ਬਹੁਤ ਪਤਲਾ ਰਸਤਾ ਹੈ, ਇਹ ਬਹੁਤ ਵਿਖਮ ਮਾਰਗ ਹੈ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ, ਘਟ ਅਵਕਟ ਇਹ ਹੈ, ਉਸ ਉੱਪਰ ਹੈ ਮਾਰਗ ਮੇਰਾ। ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ, ਰਸਤਾ ਭਾਵੇਂ ਵਿਖਮ ਹੈ, ਪਰ ਫਰੀਦ ਦੇਖੀ ਅੰਮ੍ਰਿਤ ਵੇਲਾ ਖੁਝਾਈ ਨਾ, ਤੂੰ ਆਪਣਾ ਸਬਰ ਕਰੀ ਜਾ, ਰੱਬ ਤਰਸ ਕਰੇਗਾ, ਇਹ ਵਾਟ ਵੀ ਇੱਕ ਦਿਨ ਮੁੱਕ ਜਾਏਗੀ। ਹੈ ਪਰ ਹੈ ਔਖੀ। ਉਹਨਾਂ ਦੀ ਇੱਕ ਸ਼ਲੋਕ ਹੁੰਦਾ ਹੈ, ਕਹਿਣ ਲੱਗੇ ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆ ਭੱਤ। ਦੂਜਾ ਹੀ ਸ਼ਲੋਕ ਹੈ ਬਾਬਾ ਸਾਹਿਬ ਜੀ ਦਾ, ਕਿਉਂਕਿ ਦਾਸ ਨੇ ਇੱਥੇ ਅਰਥ ਕਰਦਿਆਂ ਕਿਹਾ ਸੀ ਕਿ ਬਾਬਾ ਫਰੀਦ ਸਾਹਿਬ ਬਹੁਤ ਕਰੜੀ ਸਾਧਨਾ, ਬਹੁਤ ਜ਼ਿਆਦਾ ਅੰਦਰ ਦੇ ਪਰਹੇਜ਼ਗਾਰ ਨੇ, ਆਪਣੇ ਅੰਦਰ ਨੂੰ ਇੰਨਾ ਕਾਬੂ ਪਾਈ ਬੈਠੇ ਨੇ ਕਿ ਉਹਨਾਂ ਨੇ ਤਾਂ ਇੱਥੋਂ ਤੱਕ ਇੱਕ ਦਿਨ ਇਬਾਦਤ ਕਰਦੇ ਸ਼ਬਦ ਕਹੇ ਸਨ, ਬੜੇ ਸੋਹਣੇ ਸ਼ਬਦ ਨੇ, ਕਿ ਹਜ਼ਰਤ ਨਿਜ਼ਾਮੂਦੀਨ ਔਲੀਆ ਸਾਹਿਬ ਇਹਨਾਂ ਦੇ ਸ਼ਾਗਿਰਦ ਸਨ, ਇਹਨਾਂ ਦੇ ਮੁਰੀਦ ਸਨ। ਖਵਾਜਾ ਬਖਤਿਆਰ ਕਾਕੀ ਸਾਹਿਬ ਇਹਨਾਂ ਦੇ ਮੁਰਸ਼ਿਦ ਸਨ। ਤੇ ਕਿਸੇ ਪੁੱਛਿਆ ਸੀ ਕਿ ਤੁਸੀਂ ਦੱਸੋ ਮੁਰੀਦ ਨੂੰ ਕਿ ਕਦੀ ਬਾਬੇ ਫਰੀਦ ਨੂੰ ਇਕਾਂਤ ਵਿੱਚ ਨਮਾਜ਼ ਤੋਂ ਬਿਨਾਂ ਕੁਝ ਇਬਾਦਤ ਦੇ ਸੰਬੰਧੀ ਕਰਦਿਆਂ ਦੇਖਿਆ? ਉਹਨਾਂ ਕਿਹਾ ਹਾਂ, ਇੱਕ ਦਿਨ ਆਪਣੀ ਜਿੱਥੇ ਇਬਾਦਤ ਰੋਜ਼ ਕਰਦੇ ਸਨ ਹੁਜਰੇ ਵਿੱਚ ਛੋਟਾ ਦੀਵਾ ਬਲ ਰਿਹਾ ਸੀ, ਤੇ ਉਸ ਦੀਵੇ ਦੀ ਲੋਅ ਵਿੱਚ ਜਿਹੜਾ ਦਰਵਾਜ਼ਾ ਸੀ ਉਹਦੀ ਝੀਤ ਵਿੱਚੋਂ, ਝੀਤ ਆਪ ਸਮਝਦੇ ਹੋ, ਉਹ ਦਰਵਾਜ਼ੇ ਦੇ ਥੋੜਾ ਜਿਹਾ ਉਹ ਰਸਤਾ, ਉਹਦੇ ਵਿੱਚੋਂ ਮੈਂ ਦੇਖਿਆ। ਤੇ ਕਹਿੰਦੇ ਨੇ ਅੱਧੀ ਰਾਤ ਸੀ ਕਿ ਬਾਬਾ ਸਾਹਿਬ ਜ਼ਮੀਨ ਤੇ ਸਜਦਾ ਕਰਦੇ ਸਨ, ਤੇ ਇੱਕੋ ਦਮ ਆਪਣੇ ਹੱਥ ਦੁਆ ਵਿੱਚ ਚੁੱਕ ਕੇ ਕਹਿੰਦੇ ਸਨ, ਯਾ ਅੱਲਾਹ ਮੇਰੇ ਤੇ ਰਹਿਮ ਕਰ, ਮੇਰੇ ਤੇ ਤਰਸ ਕਰ, ਮੇਰੀ ਝੋਲੀ 'ਚ ਖੈਰ ਪਾ, ਮੈਂ ਜੀਆਂ ਵੀ ਕੇਵਲ ਤੇਰੇ ਲਈ ਤੇ ਮੈਂ ਮਰਾਂ ਵੀ ਕੇਵਲ ਤੇਰੇ ਲਈ, ਮੈਨੂੰ ਆਪਣੇ ਨਾਲ ਜੋੜ ਲੈ। ਪਰ ਉਸ ਮਹਾਂਪੁਰਖ ਨੇ ਇੰਨੀ ਦਰਵੇਸ਼ੀ ਕਮਾ ਕੇ ਕਿਹਾ ਕਿ ਫਰੀਦਾ ਦਰ ਦਰਵੇਸ਼ੀ ਗਾਖੜੀ ਹੈ ਬੜੀ ਮੁਸ਼ਕਿਲ, ਚੱਲਾਂ ਦੁਨੀਆ ਭੱਤ, ਚੱਲਣਾ ਤੂੰ ਮਣਾ ਦੁਨੀਆਦਾਰਾਂ ਦੀ ਤਰ੍ਹਾਂ ਹੈ, ਕਰਮ ਤੇਰੇ ਸਾਰੇ ਵਾਸ਼ਨਾਵਾਂ ਦੁਨੀਆਦਾਰਾਂ ਵਾਲੇ। ਕਹਿਣ ਲੱਗੇ ਬੰਨ ਉਠਾਈ ਪੋਟਲੀ, ਕਿੱਥੇ ਵੰਝਾਂ ਘੱਤ, ਸਿਰ ਦੇ ਉੱਤੇ ਪੋਟਲੀ ਰੱਖ ਕੇ ਚੱਲਿਆ, ਇਹਨੂੰ ਕਿੱਥੇ ਸੱਟਾਂ, ਕਿਉਂਕਿ ਹੁਣ ਇਹ ਪੋਟਲੀ ਸੱਟੀ ਨਹੀਂ ਜਾਣੀ। ਇਸ ਪੋਟਲੀ ਦਾ ਅਰਥ ਬੰਦਗੀ ਸੀ ਕਿ ਸਿਰ ਦੇ ਉੱਤੇ ਮੁਰਸ਼ਦ ਨੇ ਪੋਟਲੀ ਰੱਖ ਦਿੱਤੀ, ਜੇ ਬੰਦਗੀ ਦੀ ਪੋਟਲੀ ਰੱਖੀ ਏ ਫਰੀਦ, ਤੂੰ ਦੁਨੀਆਦਾਰਾਂ ਵਾਲੀ ਜ਼ਿੰਦਗੀ ਨਾ ਜੀ। ਅਗਾ ਉਹਨਾਂ ਬਚਨ ਕੀਤਾ, ਕਿਹੜੀ ਜ਼ਿੰਦਗੀ? ਕਹਿਣ ਲੱਗੇ ਕਿਜ ਨਾ ਬੁੱਝੈ, ਇਹ ਅਗਲਾ ਸ਼ਲੋਕ ਹੈ। ਦਰ ਦਰਵੇਸ਼ੀ ਕਾਖੜੀ, ਚੱਲਾਂ ਦੁਨੀਆ ਭੱਤ, ਬੰਨ ਉਠਾਈ ਪੋਟਲੀ, ਕਿੱਥਾ ਵੰਝਾਂ ਘੱਤ, ਕਿਚ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਜੀ ਭਾਹੇ। ਕਹਿੰਦੇ ਨੇ ਲੋਕ ਬਾਹਰੋਂ ਹੱਸਦੇ ਜੇ, ਪਰ ਅੰਦਰ ਤਾਂ ਅੱਗ ਨਾਲ ਸੜੇ ਹੋਏ ਨੇ, ਅੰਦਰ ਅੱਗ ਮੱਚੀ ਪਈ ਹੈ। ਅੱਗੇ ਦਾਸ ਬੇਨਤੀ ਕਰੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਤੇ ਹਰ ਵਾਰੀ ਤਕਰੀਬਨ ਕਹਿਣਾ ਕਿ ਗੁਰਮਖੋ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਬਣਾ ਕੇ ਗੱਲਾਂ ਕਰੀਏ। ਆ ਬੱਚੇ ਆਪਣੀ ਗੋਦ 'ਚ ਲੈ ਕੇ ਬੈਠੇ ਹੋ ਨਾ, ਤੇ ਦੇਖੋ ਆਪਣਾ ਬੱਚਾ, ਉਹਦੇ ਨਾਲ ਆਪਾਂ ਵਾਰ-ਵਾਰ ਪਿਆਰ ਨਾਲ ਗੱਲਾਂ ਕਰਨੇ ਆ, ਤੇ ਬਾਪ ਦੀ ਗੋਦ ਵਰਗਾ ਪਿਆਰ ਚਾਚੇ ਤਾਏ ਤੋਂ ਵੀ ਨਹੀਂ ਕਦੀ ਮਿਲਦਾ। ਭਾਈ ਸਾਹਿਬ ਨੇ ਤਾਂ ਕਿਹਾ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ। ਗਵਾਂਢੀ ਅਰਬਪਤੀ ਹੋਵੇ, ਬਾਪੂ ਦਿਹਾੜੀ ਕਰਦਾ ਹੋਵੇ, ਜਿਹੜਾ ਪਿਆਰ ਬਾਪ ਨੇ ਦੇ ਦੇਣਾ ਉਹ ਗਵਾਂਢੀ ਨੇ ਨਹੀਂ। ਜਿੱਥੇ ਮਰਜ਼ੀ ਬੰਦਾ ਚਲਾ ਜਾਏ, ਜੋ ਪਿਆਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲਣਾ, ਸੱਚ ਐਵੇਂ ਉਹ ਕਿਤੋਂ ਹੋਰ ਨਹੀਂ ਮਿਲ ਸਕੇਗਾ। ਕਦੀ ਬਾਪੂ ਬਣਾ ਕੇ ਬੱਚੇ ਬਣ ਕੇ ਗੱਲਾਂ ਕਰੀਏ।
ਉਹਨੂੰ ਪਿਤਾ ਬਣਾ ਕੇ ਅਰਦਾਸਾਂ ਕਰੀਏ। ਆਪਾਂ ਸਪੀਡ ਨਾ ਫੜੀਏ ਕਿ ਮੈਂ ਇੰਨੇ ਅੰਗ ਕਰਨੇ ਨੇ, ਮੈਂ ਤਾਂ 100 ਕਰਕੇ ਸੌਣਾ। ਤੂੰ 100 ਕਿਉਂ ਕਰਨਾ? ਤੂੰ ਇੱਕ ਹੀ ਅੰਗ ਕਰ, ਇਹੋ ਜਿਹਾ ਕਰ ਵੀ 100 ਵਰਗਾ ਰਸ ਹੀ ਤੇਰੇ ਅੰਦਰ ਆ ਜਾਏ। ਗੱਲ ਤਾਂ ਰਸ ਲੈਣ ਦੀ ਹੈ, ਬਾਣੀ ਵਿੱਚ ਜੁੜ। ਕੋਈ ਜ਼ਰੂਰੀ ਨਹੀਂ ਸਿੱਧੀ ਗੱਲ ਮੈਂ ਤਾਂ ਆਪਣਾ ਢੰਗ ਅਪਣਾਉਣਾ। ਜੇ ਇੱਕ ਅੰਗ ਤੇ 10 ਦਿਨ ਖਲੋਤਿਆਂ ਤਾਂ ਕਿਹੜੀ ਗੱਲ? ਆਖਰ ਬਾਪੂ ਦਾ ਪਿਆਰ ਤਾਂ ਮਾਣਿਆ ਜਾਏ ਨਾ। ਜਿੰਨਾ ਗਹਿਰਾਈ ਵੀ ਜਾਵਾਂਗੇ, ਕੱਲ ਵੀ ਸ਼ਾਇਦ ਇੱਕ ਥਾਂ ਅਰਜ਼ ਕੀਤੀ ਦਾਸ ਨੇ ਬੈਠਿਆਂ ਕਿ ਦੁਨੀਆ ਦਾ ਗਿਆਨ ਇਹ 35 ਅੱਖਰਾਂ ਵਿੱਚ ਬਾਣੀ ਹੈ, ਪਰ ਇਹ ਉਹ ਗਿਆਨ ਨਹੀਂ ਜੋ ਕੁਝ 35 ਵਿੱਚ ਬਾਹਰ ਲਿਖਿਆ ਹੈ। 35 ਅੱਖਰਾਂ ਵਿੱਚ ਤੇ ਲੋਕੀ ਅਖਬਾਰਾਂ ਵੀ ਛਾਪੀ ਬੈਠੇ ਨੇ, ਨਾਵਲ ਵੀ ਲਿਖੀ ਬੈਠੇ ਨੇ, ਕਵਿਤਾਵਾਂ ਵੀ ਲਿਖੀ ਬੈਠੇ ਨੇ। ਉਹ ਜਿਹੜਾ ਗਿਆਨ ਹੈ ਉਹਦੀ ਸੀਮਾ ਹੈ। ਮੰਨ ਲਓ ਆਪ ਜਿੰਨੇ ਪੜ੍ਹ ਕੇ ਆਏ ਹੋ, ਜਿਸ ਕਲਾਸ ਵਿੱਚ ਆਪਾਂ ਪੜ੍ਹਾਈ ਛੱਡੀ ਉਹ ਗਿਆਨ ਉੱਥੇ ਰੁਕ ਗਿਆ। ਉਹਨੂੰ ਭਾਵੇਂ ਰੋਜ਼ ਦੁਹਰਾਈ ਜਾਓ, ਮੈਂ ਆਹ ਪੜ੍ਹਿਆ ਕਾਪੀ ਤੇ ਲਿਖੀ ਜਾਓ, ਉਸ ਦੁਹਰਾਓ ਵਿੱਚੋਂ ਕੇਵਲ ਉਹ ਹੀ ਗਿਆਨ ਰਹੇਗਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਵਾਰ-ਵਾਰ ਕੋਈ ਪੜ੍ਹੇਗਾ, ਇਹਦੀ ਸੀਮਾ ਨਹੀਂ ਵੀ ਅੱਜ ਰੁਕ ਗਈ। ਜਪਜੀ ਸਾਹਿਬ 10 ਸਾਲ ਪਹਿਲਾਂ ਵੀ ਪੜ੍ਹਦਾ ਸਾਂ, ਜੇ ਅੱਜ ਟਿਕ ਕੇ ਪੜ੍ਹੇਗਾ ਇਹਦੇ ਵਿੱਚੋਂ ਰਸ 10 ਸਾਲ ਪਹਿਲਾਂ ਨਾਲੋਂ ਕਈ ਗੁਣਾ ਵੱਧ ਆਏਗਾ। ਇਹ ਸ਼ਬਦ, ਇਹ ਅਧਿਆਤਮਿਕ ਵਿਦਿਆ ਅੰਦਰ ਆਪ ਸੰਚਾਰ ਕਰਦੀ ਹੈ। ਖੈਰ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚੋਂ ਕਹਿਣ ਲੱਗੇ, ਦੁਨੀਆਦਾਰਾਂ ਵਾਲੀ ਪੋਟਲੀ ਚੁੱਕੀ ਏ, ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਝੀ ਭਾਹੇ, ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਪੀ ਦਜਾ ਆਏ ਹੈ ਬੜਾ ਬਿਖਮ। ਰਵਿਦਾਸ ਸਾਹਿਬ ਨੇ ਕਿਹਾ ਘਟ ਅਵਕਟ, ਬਾਬਾ ਫਰੀਦ ਸਾਹਿਬ ਨੇ ਕਿਹਾ ਖਰੀ ਉਡੀਣੀ। ਤੇ ਜਦੋਂ ਗੁਰੂ ਅਮਰਦਾਸ ਜੀ ਨੂੰ ਪੁੱਛਿਆ, ਉਹਨਾਂ ਕਿਹਾ ਬਹੁਤ ਮੁਸ਼ਕਲ। ਉਹ ਅਸੀਂ ਪੜ੍ਹਦੇ ਹਾਂ ਕਿ ਭਗਤਾਂ ਕੀ ਚਾਲ ਨਿਰਾਲੀ, ਘਟ ਅਵਕਟ ਡੂਗਰ ਘੜਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਆਹ ਬਿਖਮ ਮਾਰਗ ਘਟ ਅਵਕਟ, ਅੱਗੇ ਬੇਨਤੀ ਕਰਾਂਗਾ, ਇਹ ਬਾਹਰ ਦੇ ਅਰਥ ਨੇ, ਬਿਖਮ ਮਾਰਗ ਅੰਦਰ ਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਕੋਈ ਬੰਦਾ ਇਹ ਤੇ ਕਾਬੂ ਕਰ ਲੂਗਾ? ਇੱਕ ਲੱਭ ਤੇ ਦੂਜਾ ਲੋਭ। ਅਸੀਂ ਸ਼ਬਦ ਵਰਤੇ ਹਾਂ। ਲੱਭ ਦਾ ਸੰਬੰਧ ਜੀਵ ਨਾਲ ਹੈ, ਰਸਨਾ ਨਾਲ ਹੈ। ਲਾਲਚ ਦਾ ਸੰਬੰਧ ਬਾਹਰ ਦੇ ਪਦਾਰਥਾਂ ਨਾਲ ਵੀ ਹੈ। ਭਾਵੇਂ ਲੱਭ ਨੂੰ ਅਸੀਂ ਲਾਲਚ ਦੇ ਤੌਰ ਤੇ ਵਰਤਨੇ ਆ। ਮਹਾਰਾਜ ਕਹਿੰਦੇ ਨੇ ਕਿ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਕਿਹੜਾ ਬੰਦਾ ਲਾਲਚ ਛੱਡ ਦਿਊਗਾ? ਇਹ ਬੜਾ ਬਿਖਮ ਹੈ ਛੱਡਣਾ ਇਹਨੂੰ। ਤ੍ਰਿਸ਼ਨਾ ਨੂੰ ਕੋਈ ਛੱਡ ਦੇਗਾ? ਹੰਕਾਰ ਕਿਤੇ ਛੱਡਿਆ ਜਾ ਸਕਦਾ ਹੈ? ਹੰਕਾਰ ਤਾਂ ਗੁਰਦੁਆਰੇ ਬੈਠਾ 20 ਬੰਦੇ ਨੂੰ ਟਿਕਣ ਨਹੀਂ ਦਿੰਦਾ। ਉਹ ਕਹਿੰਦਾ ਦੇਖ ਮੈਂ ਇੱਥੇ ਤੇਰੇ ਨਾਲ ਆਇਆ, ਜੇ ਮੇਰੀ ਹਾਜ਼ਰੀ ਨਾ ਲਵਾਈ ਤਾਂ ਮੈਂ ਤੇਰੇ ਅੰਦਰ ਦੀ ਹਾਜ਼ਰੀ ਨਹੀਂ ਲੱਗਣ ਦੇਣੀ। ਉਹ ਉਹਦੀ ਵੀ ਨਹੀਂ ਲੱਗਣ ਦਿੰਦਾ ਤੇ ਆਪਣੀ ਹੀ ਲਵਾ ਕੇ ਚਲਾ ਜਾਂਦਾ ਹੈ ਨਾ। ਮਹਾਰਾਜ ਕਹਿੰਦੇ ਨੇ ਕਿ ਬਹੁਤ ਨਾ ਹੀ ਬੋਲਣਾ। ਇਹ ਜ਼ਬਾਨ ਕਦੀ ਰੁਕਦੀ ਹੈ? ਇਹ ਬੋਲੀ ਜਾ ਰਹੀ ਹੈ। ਤੇ ਆਪਾਂ ਜਦੋਂ ਬੋਲਨੇ ਆ, ਅੱਜ ਵੀ ਬੇਨਤੀ, ਪਤਾ ਨਹੀਂ ਮਨ 'ਚ ਪਾਠ ਕਰਦੇ ਆਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਬਾਣੀ ਉੱਤਮ ਪੁਰਖ ਵਿੱਚ ਹੈ, ਫਸਟ ਪਰਸਨ। ਜੇ ਵਿਆਕਰਣ ਅਨੁਸਾਰ ਦੇਖੀਏ, ਆਪਣੇ ਆਪ ਨੂੰ ਸੰਬੋਧਨ ਕਰਕੇ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਗੁਰੂ ਰਾਮਦਾਸ ਜੀ ਨੇ ਕਿਹਾ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਰ, ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਮੇਰੇ ਕਿਹਾ ਨਾ, ਹੁਣੇ ਮੰਗਲ ਕੀਤਾ ਖੰਮ ਮੈਲੇ ਤੁਮ ਉਜਲ ਕਰਤੇ। ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸਮਸਰ ਨਾਹੀ ਦਿਆਲ, ਮੋਏ ਸਮਸਰ ਪਾਪੀ। ਉੱਤਮ ਪੁਰਖ ਵਿੱਚ ਕਿਹਾ। ਪਰ ਅੱਜ ਜਿੰਨਾ ਵੀ ਮੈਕ ਤੇ ਬੋਲਿਆ ਜਾ ਰਿਹਾ ਉਹ ਥਰਡ ਪਰਸਨ ਹੈ। ਆਪਣੀ ਤਾਂ ਗੱਲ ਕਰਦੇ ਕੋਈ ਨਹੀਂ ਬੰਦਾ। ਸੱਚ ਇਹ ਵੇ ਕਿ ਰੱਬ ਨੂੰ ਮਿਲਣਾ ਚਾਹੁੰਦਾ ਹੈ ਆਪਣੇ ਆਪ ਦੀ ਗੈਰ ਹਾਜ਼ਰੀ ਕਰਕੇ। ਜਿੰਨੇ ਮਿਲਣਾ ਉਹਨੂੰ ਨਾਲ ਤਾਂ ਲੈ, ਜਿੰਨੀ ਦੇਰ ਤੱਕ ਤੇਰਾ ਆਪਾ ਨਾਲ ਨਹੀਂ ਚੁਲਦਾ, ਆਤਮਾ ਨਾਲ ਨਹੀਂ ਤੁਰਦੀ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਪਵੇਂਗਾ? ਆਪੇ ਨੂੰ ਨਾਲ ਲੈ ਕੇ ਚੱਲ। ਸਤਿਗੁਰੂ ਨੇ ਕਿਹਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਘਟ ਅਵਕਟ ਡੂਗਰ ਘਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਖੰਡੇ ਨਾਲੋਂ ਵੱਧ ਤਿੱਖੀ, ਵਾਲ ਨਾਲੋਂ ਵੱਧ ਪਤਲੀ ਬਰੀਕ, ਪਤਾ ਹੀ ਨਹੀਂ ਕਿੱਥੇ ਪੈਰ ਥਿੜਕਣਾ ਤੇ ਬੰਦੇ ਦੀ ਬਾਜੀ ਪੈ ਜਾਣੀ ਹੈ। ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ। ਇੱਥੇ ਵਾਸ਼ਨਾ ਦਾ ਅਰਥ
ਮਲੀਨ ਵਾਸ਼ਨਾ ਨਹੀਂ, ਇਹਦਾ ਅਰਥ ਸੁਗੰਧੀ। ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਣੀ ਕੌਮੇ ਛੱਡ ਦਿੱਤੀ, ਮੈਂ ਮੇਰੀ ਮਿਟਾ ਦਿੱਤੀ, ਉਹਨਾਂ ਦੇ ਅੰਦਰ ਨਾਮ ਦੀ ਸੁਗੰਧੀ ਟਿਕ ਗਈ। ਗੁਰ ਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸ਼ਨਾ ਸਮਾਨੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਕਬੀਰ ਸਾਹਿਬ ਨੂੰ ਪੜ੍ਹੋ, ਉਹ ਕਹਿੰਦੇ ਨੇ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪਰੀ ਬਖੀਰ। ਪੰਡਤਾਂ ਪਿੱਛੇ ਖਿਮਾ ਕਰਿਓ ਚੈਸੀ ਵਿੱਚ ਉਹਦੇ ਆਈਏ, ਪੰਡਤਾਂ ਪਿੱਛੇ ਭੀੜਾਂ ਮਿਲਣਗੀਆਂ, ਭਗਤਾਂ ਨੂੰ ਤਾਂ ਸਾਰੇ ਡਾਂਗਾ ਹੀ ਫੇਰਨ ਵਾਲੇ ਆਉਂਦੇ ਹੁੰਦੇ ਨੇ। ਪੰਡਤ ਕੋਲ ਪਰਪੰਚ ਹੈ, ਭਗਤ ਕੋਲ ਅਸਲੀਅਤ ਹੈ। ਪੰਡਤ ਟੈਂਕੀ ਹੈ, ਭਗਤ ਖੂਹ ਹੈ। ਪੰਡਤ ਸਿੰਬਲ ਹੈ, ਭਗਤ ਚੰਦਨ ਹੈ। ਸੱਚ ਮਹਾਰਾਜ ਜੀ ਨੇ ਕਿਹਾ ਕਿ ਜਿਸ ਰਸਤੇ ਤੇ ਪੰਡਿਤ ਗਏ, ਕਰਮ ਕਾਂਡੀ ਗਏ, ਕਿਸੇ ਨੇ ਕਿਹਾ ਆਹ ਕੰਮ ਕਰ ਤੈਨੂੰ ਆਹ ਮਿਲ ਜਾਏਗਾ, ਭੀੜ ਲੱਗ ਗਈ ਇਕੱਠੀ। ਸੱਚੀ ਗੱਲ ਜੀ, ਇੱਥੇ ਤੇ ਕੰਮ ਹੀ ਬੜੀ ਛੇਤੀ ਚੱਲ ਸਕਦਾ। ਜਿੰਨੇ ਲੋਕ ਇੱਥੇ ਬਿਮਾਰ ਨੇ ਜਾਂ ਦੁਖੀ ਨੇ ਨਾ, ਬਸ ਕਹਿਣ ਦੀ ਦੇਰ ਹੈ। ਜੇ 100 ਨੂੰ ਪੁੱਤਰ ਦੇ ਦਿੱਤਾ, ਇਹ ਕੁਦਰਤ ਦਾ ਵੀ ਨੇਮ ਹੈ। 50 ਦੇ ਘਰ ਤਾਂ ਨਿਆਣਾ ਹੋਊਗਾ ਹੀ ਨਾ, ਤੇ ਜਿਨ੍ਹਾਂ 50 ਦੇ ਘਰ ਪੁੱਤਰ ਹੋ ਗਏ ਉਹਨਾਂ ਵਾਸਤੇ ਆਪਾਂ ਬਾਬੇ। ਇਹੀ ਚੱਕਰ ਹੈ ਨਾ। ਸਤਿਗੁਰੂ ਨੇ ਕਿਹਾ ਜਿੱਥੇ ਕਰਮ ਕਾਂਡੀ ਉੱਥੇ ਭੀੜਾਂ ਨੇ, ਤੁਹਾਡੇ ਪਿੱਛੇ ਕਿਉਂ ਨਹੀਂ? ਕਹਿਣ ਲੱਗੇ ਜਿਹੜੀ ਘਾਟੀ ਮੈਂ ਚੜਿਆ ਵੇ ਬੜੀ ਮੁਸ਼ਕਲ ਹੈ। ਕਬੀਰ ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਖੀਰ, ਇੱਕ ਅਵਟ ਘਾਟੀ ਰਾਮ ਕੀ, ਘਟ ਅਵਕਟ ਡੂੰਗਰ ਘਣਾ, ਇੱਕ ਅਵਕਟ ਘਾਟੀ ਰਾਮ ਕੀ ਤੈਂ ਚੜ ਰਹੇ ਹੋ। ਕਬੀਰ ਕਹਿੰਦੇ ਨੇ ਜਿੱਥੇ ਮੈਂ ਚੜਿਆ ਉਹ ਬੜਾ ਮੁਸ਼ਕਲ ਰਸਤਾ ਹੈ। ਹੁਣ ਆਓ ਥੋੜ੍ਹਾ ਜਿਹਾ ਬਾਣੀ 'ਚੋਂ ਹੋਰ ਦੇਖੀਏ, ਇਹ ਨਿਰਗੁਣ ਬੈਲ ਕੀ ਕਰਦਾ ਹੈ। ਮਨ ਮਿੱਤਰ ਵੀ ਬੜਾ ਹੈ, ਇਹ ਦੁਸ਼ਮਣ ਵੀ ਬੜਾ ਹੈ। ਥੋੜ੍ਹਾ ਜਿਹਾ ਨੂੰ ਬੇਨਤੀ ਨੂੰ ਸਮਝਿਓ। ਇਹਦਾ ਘੱਟੋ ਘੱਟ ਸਭ ਨੂੰ ਤਾਂ ਪਤਾ ਹੈ ਕਿ ਮਨ ਕੀ ਹੈ। ਇਹ ਖਿਆਲ ਇੱਕ ਫੁਰਨਾ ਹੈ। ਇਉਂ ਕਹਿ ਲਓ ਕਿ ਆਤਮਾ ਤੇ ਦੇਹ ਦੇ ਵਿੱਚ ਦਾ ਇੱਕ ਉਹ ਇੰਦਰ ਹੈ ਜਿਹੜਾ ਸੰਬੰਧ ਬਣਾਈ ਬੈਠਾ ਹੈ। ਹੁਣ ਇਹ ਮਨ ਸਦਾ ਸਥਿਰ ਨਹੀਂ, ਇਹ ਖਿੰਨ ਖਿੰਨ ਆਪਣੀਆਂ ਸ਼ਕਲਾਂ ਬਦਲਦਾ ਹੈ, ਖਿੰਨ ਖਿੰਨ ਆਪਣੇ ਰੂਪ ਬਦਲਦਾ ਹੈ, ਖਿੰਨ ਖਿੰਨ ਆਪਣੇ ਅੰਦਰ ਦੇ ਖਿਆਲ ਬਦਲੀ ਜਾ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਨੇ ਇਹ ਕਮਜ਼ੋਰ ਇਸ ਕਰਕੇ ਹੁੰਦਾ ਹੈ ਕਿ ਜਿਉਂ-ਜਿਉਂ ਇਹਦੇ ਅੰਦਰ ਵਾਸ਼ਨਾ ਪਕੜਦੀ ਇਹਨੂੰ, ਤਿਉਂ-ਤਿਉਂ ਕਮਜ਼ੋਰ ਹੋ ਜਾਂਦਾ ਹੈ। ਜਿਉਂ-ਜਿਉਂ ਇਹਨੂੰ ਬੰਦਗੀ ਮਿਲਦੀ ਹੈ, ਤਿਉਂ-ਤਿਉਂ ਬਲਵਾਨ ਹੋ ਜਾਂਦਾ ਹੈ। ਵਿਕਾਰ ਕਮਜ਼ੋਰ ਕਰਦੇ ਨੇ, ਬੰਦਗੀ ਅਡੋਲਤਾ। ਕਿਉਂਕਿ ਅੱਗੇ ਜਾ ਕੇ ਆਉਣਾ ਕਿ ਮੌਤ ਤੂੰ ਮੇਰੇ ਮਾਰੇ ਜੋ ਮਰਜੀ ਲਿਖ। ਆਪਾਂ ਕਹਾਂਗੇ ਰਵਿਦਾਸ ਪਹਿਲਾਂ ਤਾਂ ਕਹਿ ਰਹੇ ਨੇ ਮੈਂ ਕਮਜ਼ੋਰ, ਹੁਣ ਮੌਤ ਨੂੰ ਚੈਲੰਜ ਕਰ ਰਹੇ ਨੇ। ਜਦੋਂ ਬੰਦਗੀ ਆ ਜਾਏ ਉਦੋਂ ਜਮਦੂਤ ਨੂੰ ਵੀ ਵੰਗਾਰਿਆ ਜਾਂਦਾ ਹੈ, ਤੇ ਜਦੋਂ ਉਦੋਂ ਵਾਸ਼ਨਾ ਬੰਦੇ ਦੇ ਆ ਜਾਏ ਉਦੋਂ ਸੰਸਾਰ ਦੀ ਬਾਜ਼ੀ ਹਾਰ ਜਾਂਦਾ ਹੈ। ਸਤਿਗੁਰੂ ਨੇ ਫਰਮਾਇਆ ਕਿ ਇਹ ਮਨ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਮਨ ਦਾ ਬਹੁਤ ਜ਼ਿਕਰ ਕੀਤਾ। ਸਤਿਗੁਰੂ ਦੇ ਅਸੀਂ ਜਦੋਂ 59 ਸ਼ਬਦ ਪੜ੍ਹਨੇ ਆ, 57 ਸ਼ਲੋਕ ਪੜ੍ਹਨੇ, ਤੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਜਦੋਂ ਵੀ ਕੋਈ ਦਿਵਸ ਆਉਂਦਾ ਹੈ, ਸ਼ਹੀਦੀ ਦਿਹਾੜਾ ਜਾਂ ਆਗਮਨ ਪੁਰਬ, ਕਿਉਂਕਿ ਸ਼ਹੀਦੀ ਨਾਲ ਅਸੀਂ ਪੁਰਬ ਵਰਤਨੇ ਆ। ਫਿਰ ਮੈਂ ਇਸ ਸਾਲ ਸ਼ਬਦ ਦੁਹਰਾ ਦਿਆਂ, ਸ਼ਹੀਦੀ ਦਿਹਾੜਾ ਹੁੰਦਾ ਹੈ ਤੇ ਆਗਮਨ ਪੁਰਬ ਹੁੰਦਾ ਹੈ। ਪੁਰਬ ਦਾ ਸੰਬੰਧ ਪ੍ਰਸੰਨਤਾ ਨਾਲ ਹੈ, ਸ਼ਹਾਦਤ ਦਾ ਸੰਬੰਧ ਆਖਰ ਮਨ ਵਿੱਚ ਬੈਰਾਗ ਤੇ ਹੁੰਦਾ ਹੈ ਸ਼ਹੀਦੀ ਸੁਣ ਕੇ। ਜਿਸ ਦਿਨ ਸ਼ਹੀਦੀ ਦਿਵਸ, ਹੁਣ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਣਾ ਹੈ, ਤੇ ਆਪਾਂ ਕੀ ਸਮਰਪਿਤ ਕਰ ਰਿਹਾ ਉਸ ਦਿਨ? ਸਿਰਫ ਛਬੀਲ ਹੀ ਪੀਆਂਗੇ ਨਾ, ਠੰਡਾ ਪਾਣੀ ਪੀ ਲਿਆ, ਛੋਲਿਆਂ ਦਾ ਪ੍ਰਸ਼ਾਦ ਮਿਲ ਗਿਆ, ਕਿ ਧੰਨ ਗੁਰੂ ਅਰਜਨ ਦੇਵ ਜੀ ਨਾਲ ਮਨਾ ਤੂੰ ਗੱਲਾਂ ਨਹੀਂ ਕਰੇਗਾ? ਉਹਨਾਂ ਨੇ ਤਾਂ ਬੌਡੀ ਨੂੰ ਸਾੜਨ ਦਾ ਯਤਨ ਕੀਤਾ, ਉਹ ਭੁਲੇਖੇ ਵੇ ਸਨ। ਬੌਡੀ ਤਾਂ ਡੇਰਾ ਸਾਹਿਬ ਸ਼ਬਦ ਵਰਤਾ, ਤੱਤੀ ਤਵੀ ਤੇ ਬੈਠੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਸਾੜਨ ਵਾਲਿਆਂ ਨੂੰ ਕਿ ਹਿਰਦਾ ਤੇ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਆਏ ਨੇ। ਉਹਨਾਂ ਦਾ ਆਪਾ ਜਿਹੜਾ ਹੈ ਨਾ, ਉਹ ਸੁਖਮਨੀ ਸਾਹਿਬ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਤੇ ਜੇ ਤੂੰ ਉਹਨਾਂ ਦਿਨਾਂ 'ਚ ਰੋਜ਼, ਹੁਣ ਇਹਨੂੰ ਕੋਈ ਸੁਣਦਾ ਕਰਮ ਕਾਂਡ 'ਚ ਨਾ ਲੈ ਜਾਏ ਵੀ ਪਾਠ ਵੰਡਣ ਲੱਗ ਪਏ, ਗੱਲ ਪਾਠ ਵੰਡਣ ਦੀ ਨਹੀਂ। ਜੇ ਉਹਨਾਂ ਦਿਨਾਂ 'ਚੋਂ ਇੱਕ ਇੱਕ ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰ, ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੇ ਦਿਨ ਅਰਦਾਸ ਕਰ, ਮਾਲਕਾ ਕਿਰਪਾ ਕਰ, ਤੁਸੀਂ ਤੱਤੀ ਤਵੀ ਤੇ ਬੈਠੇ ਵੀ ਠੰਡੇ ਰੱਖੇ, ਸਾਡੇ ਤਾਂ ਬਿਨਾਂ ਤਵੀ ਤੋਂ ਹੀ ਅੰਦਰ ਸੜੇ ਪਏ ਨੇ, ਸਾਡੇ ਅੰਦਰ ਨੂੰ ਟਿਕਾ ਬਖਸ਼ ਦੇ। ਹੁਣ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਉਂਦਾ ਹੈ, ਤੇ 1 ਘੰਟੇ ਵਿੱਚ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਪਾਠ ਹੋ ਜਾਂਦਾ। ਤੇ ਕਦੀ ਅੰਮ੍ਰਿਤ ਵੇਲੇ ਜਿੱਦਣ ਸ਼ਹੀਦੀ ਵਾਲਾ ਦਿਨ ਹੈ, ਗੁਟਕਿਆਂ 'ਚ ਮਿਲਦੀ ਏ 59 ਸ਼ਬਦ ਤੇ 57 ਸ਼ਲੋਕ ਪੜ੍ਹ,
समझ पै जाए गुरु तेग बहादुर जी का अंदर की है। हुण ये जिहड़ा मनवा है, फिर मैं प्रकरण विच आवां। निर्गुण बैल खमार, सतगुरु ने बाणी विच मन की गल बहुत की। उन्हां दे दो बचन ने, कहते ने कदों मन बहुत भटकदा कमज़ोर हुंदा है। कहते ने एक तां जदों अंदर तृष्णा उपजदी है ना, ते तृष्णा दा संबंध केवल धन नाल नहीं, तृष्णा दा संबंध हर इंद्रे नाल ते मन नाल है। महाराज कहते ने साधो ये मन गयो ना जाई, निर्गुण बैल हमार साधो दर ते भले पुरखो, ये मन काबू नहीं आउंदा पिया। साधो ये मन गयो ना जाई, चंचल तृष्णा संग बस्त है, जाते थिर ना रहाई। जिथे तृष्णा होवेगी उत्थे मन कदी टिकेगा नहीं। वो चंचल तो खुद चंचल है। सतगुरु का दूसरा वचन है कि पापी ही है मैं काम बसाए। जदों अंदर काम की वासना भूतर दी है, कहते मन चंचल जाते गयो ना जाए। जोगी जंगम अर सन्यास सब ही पर डारिए फांस, की जोगी की जंगम की सन्यासी। इस वासना ने तो सारियां दे गल विच फाही पाई हुई है। महाराज कहते ने मैं तां बेनती करना है, गड्ढा तां बैठा लद, भर तां लिया है, पर इहदा भरोसा कोई नहीं इस बैल दा, किते इह ना थिड़क जाए। देखो एक अरदास है धन गुरु अर्जुन देव, उन्हां दा एक एक सिर्फ तुक असीं लै लईए। किहड़ी किहड़ी चीज़ मन नूं कमज़ोर कर दी, कित्थे कित्थे मन नूं लिजाएगी। सतगुरु ने फरमाया हे कामंग नरक विश्रामंग, बहु जोनी परमावने चित हरणंग, त्रै लोक गम्यंग, जप तप सील बिदार ने। जप तप ये गड्ढा लद्या, इनू भी ये नाश मार सकता है। हे कामंग किवें तो बचेगा, ये तो लिजांदा ही सीधा नरकां नूं है। हे कामंग नरक विश्रामंग, काम नरक नूं लिजांदा है, ते परमात्मा दा नाम सचखंड नूं लिजांदा है। ताकत होई हे कामंग नरक विश्रामंग, बहुत जोनी परमावने चित हरणंग। शरीर बैठा हुंदा है ते काम आउंदा है, चित नूं चुरा के लै जांदा है। इनू मदन मोदन भी कहा गया। इहदे लई शब्द काम लई अनेकां वरते गए। ये मन नूं चुरांदा है, अंदर नूं चुरांदा है, अंदर ख्याल उहो जिहे पैदा कर लग पैंदा है। चित हरणंग त्रै लोक गम्यंग, कला बंदिया ते नहीं, कहंदे ने तिन्नां लोकां दे सारे जीवां नूं व्यापिया है। फिर जदों किसे दे अंदर इहदा तूफान उठदा है, उदों मन कमज़ोर होकर डिगदा है। ते महाराज कहंदे ने जप तप शील बिदार ने, ये कई सालां दे कीते हुए जप भी साड़ के रख दिंदा है। ये तो एक भुख है। जिन्नी इंसान भुख वधाएगा उन्ना दर दर ते भटकेगा, जिन्ना भुख ते काबू पा लेगा उन्नी ताकत इहदे कोल आ जाएगी। जप तप शील बिधार ने, अल्प सुख अवित चंचल, ये थोड़ चिरा चंचल। महाराज कहते हैं ऊच नीच समावने, ये ऊच नीच सारियां भी समाया, ये निर्गुण कर दिंदा है, बैल नूं कमज़ोर करदा है। दूजा सिर मैं एक एक दो दो तुक लई है। काम तो बाद कहते ने हे कल मूलं क्रोधं कदंच करुणा ना उपरजते। हे क्रोध तेरे नेड़े तरस नहीं आउंदा, जिथे क्रोध उत्थे तरस दा वासा हो ही नहीं सकता। करुणा नहीं उत्थे हो सकती जिथे क्रोध है। हे कल मूलं क्रोधं कदंच करना ना उपरजते। करना की है वश्यंग जीवं, तू जीवा नू अपने वस विच करना है। ते वो इस तरह नाच करते हैं जिमें एक मदारी दे जां कलंदर दे कहण उत्ते एक बांदर नचदा होवे। विख्यंत जीवं वश्यं करोत नृत्यं करोत जथा मरकट है। जिमें बांदर नचदा है सच एवे जदों बंदे अंदर क्रोध आंदा है इस तरह नचदा है जिमें बांदर नच रहा है। यह भी मन नूं कमज़ोर करदा है। सियाणे लोक तां कहिंदे ने माई मां गुस्से विच आके बच्चे नूं दुध पियाए ते बच्चे नूं दुध नहीं पचदा। क्रोध का असर तो मां के दुध उत्ते बच्चे के तन ते असर कर जाता है। सतगुरु ने फिर कहा यह भी कमज़ोर करदा अंदर नूं। ते किन्ना करदा काम क्रोध काया को गल है जूं कंचन सुहागा ढाल है। ये तो कला मन नहीं, देही नूं भी ढाल के रख दिंदा है। तीसरा है मोह लोभ। साहिब कहते हैं हे लोभा निर्गुण बैल हमार। सिर्फ तां बेनती की आ वासनावां ने जिहड़ियां मन नूं कमज़ोर कर रही ने। हे लोभा लंपट संग सिर मोर है अनक लहरी कालोल ते। तू श्रोमणी बंदियां नूं चोटियां तो पकड़िया है।
अनक लहरी का लोलते तावंत जियां बहु प्रकारंग अनक भांत बहु डोलते नच मित्रंग नच इष्टंग नच बांधव नच मात पिता तब लज्जिया। ये तो मन नूं इन्ना कमज़ोर कर दिंदा है कि लालची बंदा जिस मां का दुध पींदा उहदे नाल ही हिसाब किताब कर लग पैंदा है। ये मां का भी लिहाज नहीं करता, कमज़ोर कर गया ना। ये भरावां का लिहाज नहीं करता, मित्रां का लिहाज नहीं करता। महाराज जी ने क्या चौथा है मोह। हे अजित सूर संग्रामंग अत बलना बहु मर्द ने। हे अजित सूर संग्राम, वो सूरमा जिन्हों जित्या नहीं जा सकता, जिहड़ा वड्डे वड्डे मर्दां नूं काबू करी बैठा है। हे अजित सूर संग्रामंग अत बलना बहु मर्द ने। गण गंधर्व देव मनुख्यंग पश पंखी बेमोहने। इस मोह ने देवतियां नूं ठग लिया, गंधर्व देवतियां दे रागी ठग ले, इन्हें पशुआं ते पंछियां नूं सारियां नूं ठग लिया। सतगुरु ने फिर उस तो अगे पंजवां बचन क्या कहन लगे, हे जन्म मरण मूलंग अहंकारंग पाप आत्मा। ये पंजवां कमज़ोर करदा अहंकार। महाराज कहंदे तां जन्म मरण का गेड़ा देण वाला है। हे जन्म मरण मूलंग अहंकारंग पाप आत्मा मित्रंग तजंत शतरंग दृढ़ंत अनक माया बिस्तीर ने। हंकार इहो जिहा मित्रां नूं वदैगी दे दिंदा है ते दुश्मनां नूं घर भी थां दिंदा। मेरी बेनती वल तवज्जो दिया जे कि देखो गुरमुखो, ये बैल कमज़ोर है। हुण ये दूजा पक्ष आईए, आपां कहांगे भी ये तां सारिआं दा तजर्बा है। तकरीबन जिहड़ी मैं हुण तक कथा कीती है सब दा ही तजर्बा है। ये गल वक्री के पर्दे पा के तुरिया फिरे नहीं जी, बड़ी महाराज की किरपा है, कदी वासना ही नहीं उठी जी। जिहड़ा कहंदा नहीं उठी, है भी एक वासना ही है। ये भी तो कोई बुरना ना। सतगुरु ने फिर क्या ये तो किवें बचीए। धन गुरु ग्रंथ साहिब जी ने क्या एक काम कर, तू इस मन नूं बचाना चाहना है ना, तो सब तो वड्डा तरीका सब तो सोहनी जुगत तू अरदास करनी सीख जा। अज भगत जी ने सिर्फ अरदास की, घट अवकट डूगर घना एक निर्गुण बैल हमार। मेरा मन बलद बहुत कमज़ोर है, रमैये स्यों एक बेनती। सोहणे राम जी तेरे चरना च एक बेनती है, मेरी पूंजी राख मुरार। मेरे कोल कोई ताकत नहीं मैं अपने आप नूं बचा सका, तू मेरी पूंजी रख लै। आओ अरदास दे शब्द किहड़े ने गुरु ग्रंथ साहिब विच। हुण पाठ तां सारिआं नूं करना चाहिदा है। जदों शब्द मान लो भजदा मन, उदों आसरा लै लईए शब्द दा। धन गुरु अर्जुन साहिब जी ने क्या अरदास करके कह कि राख पिता प्रभ मेरे, मेरी पूंजी राख मुरार। राख पिता प्रभ मेरे, मोह निर्गुण सब गुण तेरे। मोह निर्गुण एक निर्गुण बैल हमार। राख पिता प्रभ मेरे, मोह निर्गुण सब गुण तेरे। पंच बिखाती एक गरीबा, मन एक है इनू पछाण वाले पंज ने। पंच बिखादी एक गरीबा, राखो राखण हारे। खेद करें बस मैं कहंदे ने किसी नूं दसदा नहीं, दुख बड़ा दिंदे ने बैठिया। जदों सिमरन च बहिना सूलां दी तरह चुभदे ने, अंदर नूं टिकण नहीं देंदे। अमृत जिहड़ा उमर थल है ਉਹਦੀ ਤੰਦਾਂ अंदरों पीड़ा चीसां उठदियां ने, टिकन नहीं देंदे। खेद करें अर बहुत संतावें आयो शरण तुहारे। कर कर हारियो अनक बहु भांति। बड़ियां लोकां तो पुछया, बड़े यतन कीते, नहीं काबू आउंदे पे, मन नहीं टिकदा। कर कर हारियो अनक बहु भांति, छोड़े कतकू नाही। एक बात सुन ताकी ओटा साध संग मिट जाही। जदों संगत विच आए कर किरपा, संत मिले मोहे। उस संगत विच बंदगी करने वाले मिले, जेड़े सूरमे फतेह पा चुके सन, वो संत जन मिले। कर किरपा संत मिले मोहे, तिन ते धीरज पाया। उन्हां कहा एवें उदास ना हो, आ साडे कोल, तैनूं गुरु दा पल्ला पकड़ाइए, इन्हां नूं जित सकने आपां। की कीता उन्हां? तिन ते धीरज पाया, संति मंत दियो मोह निरपो। कहन लगे एवें बाहर ना पटे, गुर का शब्द कमाया। शब्द नूं कमा, शब्द नूं जप, शब्द नूं सुण, शब्द नूं बोल, शब्द नूं पढ़। ते देखो शब्द ही अंदर दे फुरने चेंज कर देगा। जिथे शब्द वसन लग पे, आपां नाम तां जपने आ कि तल हील विच नाम चला जाए। जदों तल हील च नाम चला गया ना, फिर वासना कित्थे उठनी है। सतगुरु सच्चे पातशाह कहंदे ने, कर किरपा संत मिले मोहे, तिन ते धीरज पाया। संति मंत दियो मोह निरपो, गुर का शब्द कमाया। चीत लिए ओ मां बिखादी।
ਜਿੱਤੇ ਗਏ। ਵੈਸੀ ਕੈਸੀ ਦੇਖੋ ਇੱਕੋ ਸ਼ਬਦ 'ਚ ਹੀ ਕਿਰਪਾ ਕਰ ਦਿੱਤੀ। ਜੀਤ ਲਿਓ ਮਾਂ ਬਿਖਾਦੀ ਸਹਿਜ ਸੁਹੇਲੀ ਬਾਣੀ। ਉਸ ਬਾਣੀ ਦੀ ਬਦੌਲਤ ਜਿਹੜੀ ਅੰਦਰ ਨੂੰ ਸੁੱਖ ਦੇਣ ਵਾਲੀ ਏ, ਸਹਿਜ ਸੁਹੇਲੀ ਬਾਣੀ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਨਿਰਬਾਣੀ ਦਾ ਅਰਥ ਹੈ ਜਿੱਥੇ ਵਾਸ਼ਨਾ ਕੋਈ ਨਹੀਂ। ਇਹ ਅਰਦਾਸ ਹੈ ਕਿ ਘਟ ਅਵਕਟ ਡੂਗਰ ਘਣਾ। ਕਦੀ ਮਨਾ ਜਦੋਂ ਤੰਗ ਕਰਦੇ ਨੇ ਨਾ, ਕਰਦੇ ਤੇ ਹੈ ਨਹੀਂ, ਇੱਕੋ ਫੁਰਨਾ ਉੱਠਦਾ, ਬਾਕੀ ਸਾਰੇ ਇਕੱਠੇ ਹੋ ਜਾਂਦੇ ਨੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਜਿਹੜਾ ਫੁਰਨਾ ਹੈ ਨਾ, ਖਿਆਲ ਹੈ, ਬੋਲਾਂ 'ਤੇ ਕਾਬੂ ਨਹੀਂ ਤੇ ਖਿਆਲ 'ਤੇ ਕਾਬੂ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਥੋਟ 'ਤੇ ਵਿਚਾਰ 'ਤੇ ਕਾਬੂ ਕਰਨਾ ਬੜੀ ਘਾਲਣਾ ਦੀ ਲੋੜ ਹੈ। ਜਿਹੜਾ ਵੀ ਸਾਡੇ ਅੰਦਰ ਖਿਆਲ ਉਪਜਦਾ ਹੈ ਨਾ, ਉਹ ਉਸੇ ਵੇਲੇ ਆਪਣਾ ਕੰਮ ਸ਼ੁਰੂ ਕਰ ਦਿੰਦਾ। ਖਿਆਲ ਤਾਂ ਰੁਕਦਾ ਹੀ ਨਹੀਂ। ਜਦੋਂ ਸਾਡੇ ਅੰਦਰੋਂ ਖਿਆਲ ਉੱਠਦਾ, ਹਰ ਥਾਟ ਦੀ, ਹਰ ਫੁਰਨੇ ਦੀ, ਹਰ ਖਿਆਲ ਦੀ, ਹਰ ਵਿਚਾਰ ਦੀ ਇੱਕ ਫਰੀਕੁਐਂਸੀ ਹੈ। ਜਦੋਂ ਸਰੀਰ 'ਚੋਂ ਨਿਕਲਦਾ, ਇਹ ਸਪੇਸ 'ਚ ਜਾਂਦਾ, ਬ੍ਰਹਿਮੰਡ 'ਚ ਜਾਂਦਾ, ਤੇ ਜਿੰਨੇ ਵੀ ਉਹਦੇ ਵਰਗੇ ਫੁਰਨੇ ਬ੍ਰਹਿਮੰਡ ਵਿੱਚ ਨੇ, ਆਪਣੇ ਵਰਗਿਆਂ ਨੂੰ ਇਕੱਠੇ ਕਰਕੇ ਬਾਡੀ ਉੱਤੇ ਅਟੈਕ ਕਰਨ ਲੱਗ ਪੈਂਦਾ ਹੈ। ਫਿਰ ਬੇਨਤੀ ਸਮਝਿਓ, ਮੰਨ ਲਓ ਇੱਕ ਦੁੱਖ ਦਾ ਫੁਰਨਾ ਉੱਠਿਆ, ਇੱਕ ਹੀ ਉੱਠਿਆ ਨਾ, ਇਹ ਚਲਾ ਗਿਆ ਬਾਹਰ, ਤੇ ਜਿੰਨੇ ਇਕੱਠੇ ਸਨ, ਇੱਕ ਮਿੰਟ ਵਿੱਚ ਬੰਦਾ ਦੁਖੀ ਹੁੰਦਾ ਹੈ, ਤੇ ਇੱਕ ਅੱਧਾ ਮਿੰਟ ਕਹਿ ਲਓ, ਸਕਿੰਟ ਕਹਿ ਲਓ, ਇੱਕ ਸਕਿੰਟ ਦਾ ਫੁਰਨਾ ਬੰਦੇ ਨੂੰ 3-3 ਘੰਟੇ ਕਿ ਸਾਰਾ ਦਿਨ ਹੀ ਕਹਿੰਦਾ ਮੈਨੂੰ ਬੁਲਾਇਓ ਨਾ, ਮੇਰਾ ਮੂਡ ਖਰਾਬ ਹੈ। ਜੇ ਪੁੱਛੇ ਵੀ ਇੱਕ ਸਕਿੰਟ ਵਿੱਚ ਹੀ ਐਡਾ ਵੱਡਾ ਟੀਕਾ ਲੱਗ ਗਿਆ। ਉਹ ਅਸਲ 'ਚ ਗੱਲ ਪਤਾ ਕਿ ਜੋ ਕੁਝ ਬਾਹਰ ਹੈ ਨਾ, ਉਹ ਸਰੀਰ ਉੱਤੇ ਅਸਰ ਕਰਦਾ ਹੈ। ਇਸੇ ਨੂੰ ਥੋੜ੍ਹਾ ਜਿਹਾ ਸਾਇੰਸ ਨੇ ਆਪਣੇ ਢੰਗ ਨਾਲ ਕਿਹਾ, ਪਰਮਾਰਥ ਨੇ ਕਿਹਾ, ਘਰ ਸੁੱਖ ਵਸਿਆ ਫੁਰਨਾ। ਖਿਆਲ ਅੰਦਰ ਸੁੱਖ ਹੈ ਤੇ ਬਾਹਰੋਂ ਸਾਰਾ ਸੁੱਖ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਮਹਾਰਾਜ ਕਹਿੰਦੇ ਨੇ ਉਹ ਜਿੱਤੇ ਗਏ। ਪਰ ਜਦੋਂ ਤੇਰੇ ਅੰਦਰ ਇਹ ਕਾਬੂ ਤੈਨੂੰ ਕਰਨ, ਤੇਰੇ ਤੇ ਖਾਵੀ ਹੋਣ, ਉਦੋਂ ਸਤਿਗੁਰੂ ਕਹਿੰਦੇ ਨੇ ਅਰਦਾਸ ਕਰ ਕਿ ਮਾਲਕ ਜੀ ਅਵਰ ਪੰਚ ਘਟ ਅਵਕਟ ਡੂਗਰ ਕਣਾ। ਇਹ ਹੈ ਨਾ, ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋਂ ਕਰ ਬਾਹਰ ਮਨਾ। ਮਾਰੇ ਲੂਟੈ ਨੀਟ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਬੜਾ ਮੁਸ਼ਕਿਲ ਕਿਹਦੇ ਅੱਗੇ ਪੁਕਾਰਾਂ। ਸਤਿਗੁਰੂ ਨੇ ਕਿਹਾ ਸ੍ਰੀ ਰਾਮ ਨਾਮਾ ਉਚਰ ਮਨਾ। ਦੇਖੋ ਕਿੱਡੀ ਸੋਹਣੀ ਜੁਗਤ। ਜਦੋਂ ਤੈਨੂੰ ਤੰਗ ਕਰਦੇ ਨੇ, ਤੂੰ ਸਿਮਰਨ ਕਰਨ ਲੱਗ ਪੋ, ਤੂੰ ਚੇਤੇ ਕਰਨ ਲੱਗ ਪੋ ਗੁਰੂ ਨੂੰ। ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮਦਲ ਬਿਖਮ ਘਨਾ। ਜੇ ਅੱਜ ਕਾਬੂ ਨਹੀਂ ਕਰੇਗਾ, ਇੱਥੇ ਤੰਗ ਕਰਨਗੇ, ਅੱਗੇ ਜਮਾਂ ਦਾ ਸਮੂਹ। ਬੜਾ ਮੁਸ਼ਕਿਲ ਹੈ, ਉੱਥੋਂ ਕਿਵੇਂ ਨਿਕਲੇਗਾ। ਇੱਕ ਅਰਦਾਸ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਸ਼ਬਦ ਮਿਲਣਗੇ। ਭਗਤ ਰਵਿਦਾਸ ਸਾਹਿਬ ਦੇ ਉਹ ਕਹਿੰਦੇ ਨੇ, ਨਾਥ ਘਟ ਅਵਕਟ ਡੂੰਗਰ ਘਣਾ ਜੈਤ ਸ੍ਰੀ ਰਾਗ। ਨਾਥ ਕਛੂ ਨਾ ਜਾਨੂ। ਨਾਥ ਦਾ ਅਰਥ ਹੈ ਮੇਰੇ ਸੁਆਮੀ, ਮੈਨੂੰ ਕੁਝ ਨਹੀਂ ਪਤਾ। ਮਨ ਮਾਇਆ ਕੈ ਹਾਥ ਬਿਕਾਨੂ ਘਟ ਅਵਕਟ ਡੂੰਗਰ ਘਣਾ। ਨਾਥ ਕਛੂ ਨਾ ਜਾਨੂ ਮਨ ਮਾਇਆ ਕੈ ਹਾਥ ਬਿਕਾਨੂ। ਤੁਮ ਕਹੀਤ ਹੋ ਜਗਤ ਗੁਰ ਸੁਆਮੀ, ਹਮ ਕਹੀਤ ਕਲਜੂ ਕੇ ਕਾਮੀ। ਮਾਣੀ ਲੈ ਮੰਨਾ, ਉਹਨਾਂ ਮੰਨਿਆ। ਹਮ ਕਹੀਤ ਕਲਜੂ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ। ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਪਾਰਿਓ ਦਾ ਅਰਥ ਕਰਾਂਗੇ ਵਿੱਥ, ਫਾਸਲਾ। ਕਹਿੰਦੇ ਨੇ ਇਹਨਾਂ ਪੰਜਾਂ ਨੇ ਜਿਉਂ-ਜਿਉਂ ਅੰਦਰ ਨੂੰ ਠੱਗਦੇ ਨੇ, ਪਰਮਾਤਮਾ ਨਾਲੋਂ ਦੂਰੀ ਬਣਾਈ ਜਾਂਦੇ ਨੇ, ਵਿੱਥ ਪਈ ਜਾਂਦੀ। ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਜਤ ਦੇਖੋ ਤਦ ਦੁੱਖ ਕੀ ਰਾਸ਼ੀ। ਅਜੋ ਨਾ ਪਤਿਆਏ ਨਿਗਮ ਭੈ ਸਾਖੀ। ਹੁਣ ਦੇਖੋ ਇਹ 'ਚ ਜਿਹੜਾ ਸ਼ਬਦ ਨਿਗਮ ਵਰਤਿਆ ਨਾ, ਧਾਰਮਿਕ ਪੁਸਤਕਾਂ ਵੀ ਸੁਣੀਆਂ, ਬਹੁਤ ਲੋਕਾਂ ਬਾਰੇ ਸੁਣਿਆ ਵੀ ਇਹਨਾਂ ਨੇ ਕਿੰਨਾ ਕਿੰਨਾ ਨੂੰ ਡੋਬਿਆ। ਸਭ ਕੁਝ ਸੁਣ ਕੇ ਕਥਾ ਕਰਕੇ ਫਿਰ ਕਾਬੂ ਨਹੀਂ ਹੁੰਦੇ ਪਏ। ਮਹਾਰਾਜ ਕਹਿੰਦੇ ਨੇ ਅਜੂ ਨਾ ਪਤਿਆਏ ਨਿਗਮ ਪੈ ਸਾਖੀ। ਗੋਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਭਗਗਾਮੀ। ਮੈਨੂੰ ਇਹਦੇ ਅਰਥ ਜ਼ਰੂਰ ਕਰ ਲੈਂਦੇ ਆ ਜੇ, ਕਿਉਂਕਿ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਬੰਦਾ ਬਹੁਤ ਉੱਤੋਂ ਬੰਦਾ, ਮੈਨੂੰ ਵਾਸ਼ਨਾ ਕੋਈ ਨਹੀਂ ਉਪਜਦੀ। ਆ ਕਿਹੜੀ ਗੱਲ ਕਰ ਦਿੱਤੀ, ਅਸ਼ਲੀਲ ਗੱਲ ਕਰ ਦਿੱਤੀ। ਉਹ ਅੱਜ ਕੱਲ੍ਹ ਬੜਾ ਚੜ੍ਹਿਆ ਲੋਕਾਂ ਦੇ ਫਤੂਰ ਉੱਤੇ। ਹੁਣ ਅੰਦਰ ਕਿਸੇ ਨੂੰ ਪੁੱਛ ਕੇ ਦੇਖੇ, ਅੰਦਰ ਜਿੰਨਾ ਕੁਝ ਪਿਆ, ਕਿਤੇ ਕਾਪੀ 'ਤੇ ਲਿਖ ਕੇ ਤਾਂ ਦੱਸ, ਤੇਰੇ ਅੰਦਰ ਰੋਜ਼ ਫੁਰਦਾ ਕੀ ਹੈ। ਹੁਣ ਆਹ ਜਿਹੜੀ ਤੋਕੇ ਨਾ ਨਿਗਮ ਪੈ ਸਾਖੀ, ਇਹ ਕਿਉਂ ਕਿਹਾ। ਧਾਰਮਿਕ ਪੁਸਤਕਾਂ 'ਚ 1-2 ਘਟਨਾਵਾਂ ਹੁੰਦੀਆਂ ਨੇ, ਬੀਬੀਆਂ ਭੈਣਾਂ ਬੈਠੀਆਂ ਨੇ, ਮੈਂ ਸਿਰਫ ਬਾਣੀ ਦਾ ਸਹਾਰਾ ਲੈ ਕੇ, ਕਹਿੰਦੇ ਨੇ ਕਥਾ ਕਰਨ ਵਾਲਿਆਂ ਦੱਸ ਦਿੱਤਾ ਕਿ ਗੋਤਮ ਨਾਰ ਉਮਾਪਤ ਸੁਆਮੀ। ਉਮਾਪਤ ਪਾਰਵਤੀ ਦੇ ਪਤੀ ਸ਼ਿਵ ਜੀ,
ਗੋਤਮ ਨਾਰ ਮਹਾਤਮਾ ਬੁੱਧ ਨਹੀਂ, ਗੋਤਮ ਰਿਖੀ ਉਹਦੀ ਪਤਨੀ, ਕਹਿੰਦੇ ਨੇ ਰੋਜ਼ ਕਥਾ ਕਰ ਕਰਕੇ ਮੰਦਿਰ 'ਚ ਸੁਣਾਉਂਦਾ ਵੀ ਹੈ, ਤੇ ਕਹਿੰਦੇ ਨੇ ਮੈਂ ਸੁਣਨਾ ਵੀ ਆ ਰੋਜ਼ ਬੈਠਾ ਬਨਾਰਸ। ਇਹ ਕਹੀ ਜਾਂਦਾ ਹੈ ਕਿ ਗੋਤਮ ਰਿਖੀ, ਉਹਦੀ ਪਤਨੀ ਅਹਿਲਿਆ, ਉਹਨੂੰ ਛਲਣ ਦੇ ਲਈ ਇੰਦਰ ਵਰਗਾ ਦੇਵਤਾ ਵੀ ਆਪਣੇ ਇਖਲਾਕ ਤੋਂ ਡਿੱਗ ਗਿਆ। ਦੇ ਅਰਥ ਹੀ ਕਰਾਂਗੇ, ਸਾਖੀਆਂ ਸੁਣਾਉਂਦਾ ਪਿਆ ਰੋਜ਼, ਪਰ ਸਮਝ ਨਹੀਂ ਪੈਂਦੀ ਜੋ ਕੁਝ ਸੁਣਾਉਣਾ ਤੇਰੇ ਅੰਦਰ ਨਹੀਂ ਵਾਪਰ ਰਿਹਾ। ਗੋਤਮ ਨਾਰ, ਉਮਾਪਤ ਸਵਾਮੀ, ਇਹ ਦੋਨੋਂ ਤੁਕਾਂ ਇਕੱਠੀਆਂ ਹੋਣਗੀਆਂ। ਸੀਸ ਧਰਨ, ਸਹਿਸ ਭਗਗਾਮੀ। ਹੁਣ ਇੰਦਰ ਨੇ ਰਾਤ ਨੂੰ ਆ ਜਿਹੜਾ ਮਿਥਿਆਸ ਕਹਿੰਦਾ ਚੰਦਰਮਾ ਨੂੰ ਪਰਨਾ ਮਾਰਿਆ, ਗੋਤਮ ਨੇ ਕੁੱਕੜ ਬਣ ਕੇ ਬਾਂਗ ਦੇ ਦਿੱਤੀ ਨਾ। ਮਿਥਿਓਲੋਜੀ 'ਚ ਨਹੀਂ, ਸਿਰਫ ਮੈਂ ਅਰਥ ਕਰਨ ਵਾਸਤੇ ਮੈਨੂੰ ਦੱਸਣਾ ਪੈਣਾ ਹੈ। ਅਖਿਲਿਆ ਦੇ ਰੂਪ ਤੇ ਲੋਭਾਇਮਾਨ ਹੋ ਗਿਆ ਇੰਦਰ, ਤੇ ਰਾਤ ਨੂੰ ਰਿਖੀ ਇਸ਼ਨਾਨ ਕਰਨ ਜਾਂਦਾ ਸੀ। ਇਹਨੇ ਇਹਦੀ ਡਿਊਟੀ ਲਾ ਦਿੱਤੀ। ਵੇਖੋ ਹੈ ਮਿਥਿਓਲੋਜੀ ਵੀ ਤੂੰ ਬਾਂਗ ਦੇ, ਉਹਨੇ ਬਾਂਗ ਦਿੱਤੀ, ਉਹ ਆਪਣੇ ਮੁਤਾਬਕ ਉੱਠ ਗਿਆ। ਤੇ ਇਹਨੇ ਕੀ ਕੀਤਾ ਜੀ, ਇੰਦਰ ਨੇ ਰੂਪ ਬਦਲਿਆ ਤੇ ਗੋਤਮ ਦਾ ਰੂਪ ਬਣਾ ਕੇ ਅਹਿਲਿਆ ਦਾ ਜਾ ਕੇ ਸੱਤ ਭੰਗ ਕੀਤਾ। ਤੇ ਗੋਤਮ ਨੇ ਸਰਾਪ ਦਿੱਤਾ। ਮੈਂ ਸਿਰਫ ਸ਼ਬਦਾਵਲੀ ਸੰਕੋਚ ਕੇ, ਹੁਣ ਕੀ ਇਹ ਵਾਸ਼ਨਾ ਨੇ ਡੋਬਿਆ ਨਹੀਂ? ਕਿਉਂਕਿ ਅਸੀਂ ਇਸ ਗੱਲ ਨੂੰ ਕਥਾ ਵਿੱਚ ਕਰਨ ਤੋਂ ਬੜੀ ਕੰਨੀ ਕਤਰਾਨੇ ਆ। ਇਹ ਜੇ ਗੱਲ ਕਰ ਦਿੱਤੀ ਕੀ ਹੋਵੇਗਾ? ਸੱਚ ਐਵੇਂ ਮਨ ਤਾਂ ਭਰੀ ਇਹਦੇ ਨਾਲ ਪਏ ਨੇ ਜ਼ਿਆਦਾ। ਕੀ ਦੇਖਨੇ ਆ ਚੁਗਿਰਦੇ, ਕੀ ਸੁਣਨੇ ਆ ਚੁਗਿਰਦੇ? ਇੱਕ ਨਿੱਕਾ ਜਿਹਾ ਬੱਚਾ ਜਿਹਦੀ ਉਮਰ ਅਜੇ 4 ਸਾਲ ਦੀ ਏ, 3 ਸਾਲ ਦੀ ਏ, ਉਹਦੇ ਕੰਨਾਂ ਵਿੱਚ ਵੀ ਜਦੋਂ ਗਾਣਾ ਪੈਂਦਾ ਉਹ ਵੀ ਵਾਸ਼ਨਾ ਦੇ ਗੀਤ ਹੀ ਗਾਣ ਲੱਗ ਪਿਆ ਹੈ। ਬੰਦੇ ਦੇ ਅੰਦਰ ਵਸ ਗਿਆ। ਉਹਨੇ ਗੋਤਮ ਤਪੇ ਦਾ, ਰਿਖੀ ਦਾ ਰੂਪ ਬਣਾ ਕੇ ਅਖਿਲਿਆ ਦਾ ਸੱਤ ਭੰਗ ਕੀਤਾ। ਉਹਨੂੰ ਸਰਾਪ ਦਿੱਤਾ ਗਿਆ ਕਿ ਜਿਸ ਚਿੰਨ੍ਹ ਦੀ ਖਾਤਰ, ਜਿਸ ਦੀ ਖਾਤਰ ਤੂੰ ਸਾਡੇ ਨਾਲ ਧੋਖਾ ਕੀਤਾ ਹੈ, ਤੇਰੇ ਪੂਰੇ ਬਦਨ ਉੱਤੇ ਹੀ ਉਹ ਚਿੰਨ੍ਹ ਬਣ ਜਾਣਗੇ। ਸਹਿਸ ਭਾਗਾਮੀ ਗੁਰੂ ਜੀ ਨੇ ਕਿਹਾ। ਹੁਣ ਗੋਤਮ ਨਾਰ ਉਮਾਪਤ, ਪਾਰਬਤੀ ਦੇ ਪਤੀ ਸ਼ਿਵ, ਇਹਨਾਂ ਦੇ ਹੱਥ ਨਾਲ ਖੋਪੜੀ ਅੜ ਗਈ ਸੀ ਬ੍ਰਹਮਾ ਜੀ ਦੀ। ਮੈਂ ਅਰਥ ਕਰਨ ਲਈ ਕਹਿ ਰਿਹਾ ਹਾਂ ਕਿ ਬ੍ਰਹਮਾ ਜੀ ਆਪਣੀ ਬੇਟੀ ਤੇ ਲੁਭਾਇਮਾਨ ਹੋ ਗਏ। ਭਗਤ ਜੀ ਦੇਖੋ, ਮੈਂ ਸ਼ੁਰੂ ਕੀਤਾ ਹੈ, ਕਹਿੰਦੇ ਨੇ ਰੋਜ਼ ਧਰਮ ਗ੍ਰੰਥ, ਧਰਮ ਪੋਥੀਆਂ ਸੁਣਨਾ, ਦੇਵਤਿਆਂ ਦਾ ਇੰਨਾ ਬੁਰਾ ਹਾਲ ਹੋ ਗਿਆ, ਤੂੰ ਅਰਦਾਸ ਕਰਕੇ ਰੱਬ ਤੈਨੂੰ ਬਚਾ ਦੇ। ਉਹ ਬੇਟੀ ਨੂੰ ਪਤਾ ਲੱਗਾ ਇਹ ਵਾਸ਼ਨਾ ਹੈ ਨਾ ਅੰਦਰ, ਉਹ ਜਿੱਧਰ ਦੌੜੇ ਉਧਰ ਹੀ ਮੂੰਹ ਬਣਾ ਲਏ। 4 ਚਫੇਰੇ ਬ੍ਰਹਮਾ ਨੇ ਮੂੰਹ ਬਣਾਏ। ਉਹ ਇੱਕੋ ਦਮ ਵਾਸ਼ਨਾ ਤੋਂ ਬਚਣ ਲਈ ਅਸਮਾਨ ਵੱਲ ਉੱਡੀ। ਉਹਨੇ 35ਵਾਂ ਮੂੰਹ ਉੱਤੇ ਬਣਾਇਆ ਤੇ ਸ਼ਿਵ ਜੀ ਨੇ ਗੁੱਸੇ 'ਚ ਆ ਕੇ ਉਹਦਾ ਸਿਰ 'ਚਾ ਵੱਢ ਦਿੱਤਾ ਬ੍ਰਹਮਾ ਦਾ। ਉਹ ਖੋਪੜੀ ਜਿਹੜੀ ਕਪਾਲ ਸੀ ਹੱਥ ਨਾਲ ਜੁੜ ਗਿਆ। ਭਗਤ ਜੀ ਕਹਿੰਦੇ ਨੇ ਉਹ ਮਨਾ ਇੱਥੇ ਬਨਾਰਸ 'ਚ ਰੋਜ਼ੇ ਕਥਾ ਸੁਣਾਉਂਦੇ ਨੇ ਲੋਕੀ। ਉਦਾਹਰਨ ਨੂੰ ਨਾ ਉੱਥੋਂ ਲਈ। ਕਹਿੰਦੇ ਨੇ ਦੇਖ ਇੰਨੀਆਂ ਗ੍ਰੰਥਾਂ ਦੀਆਂ ਕਥਾ ਸੁਣ ਕੇ ਵੀ ਮਨ ਨੂੰ ਸਮਝ ਨਹੀਂ ਪੈਂਦੀ ਪਈ। ਪਰ ਉਹ ਫਿਰ ਇੱਕ ਅਰਦਾਸ ਕਰਦੇ ਨੇ, ਨਾਥ ਕਛੂ ਨਾ ਜਾਨੂ ਮਨ ਮਾਇਆ ਕੇ ਹਾਥ ਬਿਕਾਨੂ, ਤੁਮ ਕਹੀਤ ਹੋ ਜਗਤ ਗੁਰ ਸੁਆਮੀ, ਖਮ ਕਹੀਤ ਕਲਜੂ ਕੇ ਕਾਮੀ। ਇੱਕ ਅਰਦਾਸ ਹੈ, ਕਬੀਰ ਸਾਹਿਬ ਨੇ ਅਰਦਾਸ ਕੀਤੀ ਕਿ ਮਾਲਕ ਜੀ ਕਿਰਪਾ ਕਰੋ, ਸਾਨੂੰ ਇਹਨਾਂ ਤੋਂ ਬਚਾ ਲਓ। ਧੰਨ ਗੁਰੂ ਅਰਜੁਨ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਅੰਗੁਰੀਆ, ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਪਿੰਗੁਰੀਆ। ਪੁਜ ਬਲ ਵੀਰ, ਤੇਰੀਆਂ ਭੁਜਾਂ 'ਚ, ਤੇਰੀਆਂ ਬਾਹਾਂ 'ਚ ਬੜੀ ਤਾਕਤ ਹੈ ਸਤਿਗੁਰੂ। ਅਸੀਂ ਚਿੱਕੜ 'ਚ ਡੁੱਬੇ ਹੋਈਏ, ਤੂੰ ਬਾਹਾਂ ਪਕੜ ਕੇ ਚਿੱਕੜ 'ਚ ਡੁੱਬਿਆਂ ਨੂੰ ਕੱਢ ਸਕਣਾ ਹੈ। ਸਾਨੂੰ ਵਾਸ਼ਨਾਵਾਂ ਖਿੱਚ ਕੇ ਲਿਜਾਂਦੀਆਂ ਹੋਣ, ਜੇ ਤੇਰਾ ਨਾਮ ਲਈਏ ਗੁਰੂ ਨਾਨਕ ਸਾਹਿਬ, ਸਾਨੂੰ ਤੂੰ ਵਾਸ਼ਨਾ ਵਿੱਚੋਂ ਵੀ ਕੱਢ ਸਕਣਾ ਹੈ। ਤੂੰ ਕੇਵਲ ਬਾਹਰ ਦੇ ਮੱਖਣ ਸ਼ਾਹ ਦੇ ਬੇੜੇ ਨਹੀਂ ਕਲਾਰੇ ਲਾਂਦਾ। ਜਿੱਦਣ ਸਿੱਖ ਦੀ ਬੇੜੀ ਕਿਤੇ ਵਾਸ਼ਨਾ 'ਚ ਫਸੀ ਹੋਵੇ ਤਾਂ ਉਹਨੂੰ ਵੀ ਕੜਾਲੇ ਲਾ ਦੇਣਾ। ਤੇਰੀਆਂ ਬਾਹਾਂ ਦਾ ਬੜਾ ਸਾਨੂੰ ਭਰੋਸਾ ਹੈ। ਸੱਚ ਇਹ ਵੇ ਕਿ ਤਕੜੀਆਂ ਬਾਹਾਂ ਵਾਲਾ ਨਾਲ ਹੋਵੇ, ਬੰਦਾ ਬੜੇ ਮਾਣ ਨਾਲ ਜਿੰਦਾ ਹੈ। ਤੇ ਜਿਹਦੇ ਨਾਲ ਪਾਰ ਬ੍ਰਹਮ ਪਰਮੇਸ਼ਵਰ, ਭੁਜ ਬਲ ਵੀਰ, ਬੜੀ ਤਾਕਤ ਵਾਲੇ, ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਅੰਗੁਰੀਆ। ਗਰਤ ਪਰਤ ਅਸੀਂ ਡਿੱਗ ਚੁੱਕਿਆ, ਜ਼ਿਲਨ 'ਚ ਡਿੱਗ ਚੁੱਕਿਆ ਵਾਸ਼ਨਾ ਦੀ ਇਸ ਮਹਿਲ ਵਿੱਚ। ਗਰਤ ਪਰਤ ਗਹਿ ਲਿਓ ਅੰਗੁਰੀਆ, ਸਿਰਫ ਇੱਕ ਉਂਗਲੀ ਬਾਹਰ ਰਹਿ ਗਈ, ਪਕਾਰ ਕਰ ਲਿਆ, ਉਂਗਲ ਪਕੜ ਕੇ ਕੱਢ ਲੈ। ਸਰਵਨ ਨਾ ਸੁਰਤ, ਸਾਨੂੰ ਤਾਂ ਅਜੇ ਤੱਕ ਇਹ ਨਹੀਂ ਸਮਝ ਪਈ ਕੰਨਾਂ ਨਾਲ ਸੁਣਨਾ ਕਿਵੇਂ ਹੈ।
सतगुरु कह रहे हैं, सरवन ना सुरत नैन सुंदर नाही, अखां भी सोहणियां नहीं, आरत द्वार, आरत अर्थे दुखी, द्वार रटत पिंगुरिया, पिंगुरिया अर्थे पिंगला, मेरिया लत्तां भी कोई नहीं मालका, इन्हां तां सब कुछ तबाह कीता, मैं पिंगला घसीटदा तेरे दर ते आया, मैनू बचा लै। गुरमुखो घट अवकट डूगर कहना, एक निर्गुण बैल हमार। फरीद साहब उन्होंने पढ़िया, सरवर पंखी हेकड़ो फाही वाल 50, ये तन लहरी गढ़ थिया सच्चे तेरी आस। धन गुरु ग्रंथ साहिब अज पहली तुक भगत साहब कह रहे हैं, शुरुआत एक ओवंकार परिपूर्ण परमात्मा एक अद्विती, सतगुर प्रसाद, ओदा मिलाप सतगुरु की कृपा, गौड़ी बैरागण, बैरागण का संबंध गौड़ी नाल है। सुबह भी अर्ज की सी दखणी ओंकार कहने आ, पर दखणी का संबंध रामकली नाल है, क्योंकि वह राग है। आम तौर पर कई बार कई सज्जन हुक्मनामा लेंदे हैं तो पाठ इस तरह कर जाते हैं, धनासरी महला, बाद कहते हैं पंजवां, पंजवें का संबंध महल्ले नाले, धनासरी वखरा है, राग धनासरी है, महला पंजवां, पंजवें स्वरूप ने उचारण किया। इत्थे वे गौड़ी बैरागण रविदास जीओ, सतगुरु कुरबान जाइए, ये तां बाणी दास ने चुनी सी। उत्थे भी यतन करना कि पिंडां विच, क्योंकि राजनीति ने गुरु ग्रंथ साहिब का भी सियासीकरण करके रख दिता है। जिस भगत नूं मनण वाले जिन्नियां ज़्यादा वोटां उन्ना ही सतगुरु, सच है ना। बस दसीए तो सही कि गुरु ग्रंथ साहिब जिहड़ी थां मिली है, इसे परपेख विच विसाखी वाले दिन बेनती की कि नामदेव, कबीर, तरलोचन, जयदेव, धन्ना जी, सैन जी, सदना जी, उन्हां दी बाणी गुरु ग्रंथ साहिब सी। उसे बाणी नूं आधार बना के उन्हां जातां दे लोकां नूं गुरु ने एक थां इकट्ठियां करके बाणा भी इक्को जिहा पहना दिता। बेस ये भगतां दी बाणी, गुरु साहिबानां दी बाणी दी सुरता। कहंदे ने रविदास जीओ, भगत रविदास साहिब जी, तो अपने दिन भी आपां किहड़ा मनाने आ, 10 गुरु साहिबानां दे भी नहीं पूरे, तो भगतां दे जे भट्ट साहिबान ने उन्नी पूरी तरह खोज करके लिखिया भी ना गया। भगतां दे जीवन, भगतां दियां थावां ते अज भी जाइए, वो भगतां दे शब्द सुणांदे ने। सतगुरु गुरु ग्रंथ साहिब कृपा करन, रविदास जीओ शब्द किया, क्योंकि जिथे भगत है उहदे बराबर होर कोई नहीं। तिन्हां दा जिक्र महाराज जी ने किया। सतगुरु कहंदे ने एक विद्वान पंडित लै आओ, बहुत पढ़िया लिखिया, उसते सनोजे भी अर्ज की। दूजा शस्त्रधारी सूरमा लै आओ, जिहदा निशाना कदी चुके ना। ते तीजा एक राजा लैओ जिहदे सोने ते छतर होवे, जे सिर ते सोने का छतर होवे। पर कहंदे दूजे पासे भगत लै आओ, ये तिन्ने जने भगत का बराबर मुकाबला नहीं कर सकते। बाबा जी ने कहा, पंडित सूर, छत्रपत राजा, भगत बराबर और ना कोई। ये रविदास जीओ है, भगत दा सतगुरु ने तां ही बाणी विच कहा, तेरा नाम निवै रह लिव लाए, नानक तिन दर भीख्या पाए। कमाल दी गल, ये बाणी उदों दर्ज की गई मध्य युग विच, जदों ये कहा जाता सी कि चमारां दियां ठट्ठियां वखरियां होण, इन्हां दे खूह वखरे होण, जिन्हां नूं कोई परछावां नहीं सी उत्ते पैन दिंदा, उन्हां नूं सतगुरु ने जीओ कह के थां दित्ती। रविदास जीओ कहन लगे, घट अवकट डूगर घना, हे पार ब्रह्म परमेश्वर जी, परमार्थ का रस्ता बहुत मुश्किल है, उबड़ खुबड़ है, पता नहीं कित्थे इंसान ने थिरक जाना है। घट अवकट डूगर घना, एक निर्गुण बैल हमार, एक निर्गुण। आ मन रूपी बलद बड़ा कमज़ोर है, थोड़ियां जिहियां कोई गल्लां सुणांदा उहदे पिछे तुर पैंदा। इस तरह ही है ना, 4 दिन कोई मूवी देखदा, नितनेम छड्ड जांदा है, 10 क दिन परौणे घर आउंदे ने ते रह राज दा पाठ छड्ड जांदा, किड्डा कमज़ोर है। यही है ना निर्गुण। एडी छेती वर्ग कोई लांदा है, बस सब कुछ नेम छड्ड जांदा है, बाणी छड्ड जांदा है। मालक जी रस्ता बड़ा मुश्किल है, घट अवकट डूगर घना, एक निर्गुण बैल खमार, रमैये स्यों एक बेनती।
सोने राम जी कुछ नहीं मंगण आया, इक्को दात मंगण आया, मेरी पूंजी राख मुरार। मुरार वैगुरु जी, मुर दैत नूं मारन वाले परमात्मा, मेरी पूंजी रख लै, मेरी शरधा ना कटे, मेरा नेम ना कटे, एक किरपा कर मेरी जिंदगी विच अंदर कदी सोका ना पै जाए, मारू थल ना अंदर बन जाए। मेरी पूंजी राख मुरार, किरपा कर मेरा निहो नवेला बनया रहे। मैं सदीव काल ते नाले आपां नूं अरदास खुद भी करनी चाहिदी है कि मालक तू साडी पूंजी रख लै। एक छोटी जी घटना कह के संपन्नता करांगा। सतगुरु गुरु तेग बहादुर सच्चे पातशाह हजूर दी शहादत हुई है। आनंदपुर साहिब तो चले ने, भावां ये उथों दी रवायती साखी है, इतिहास च नहीं, पर वो थां भी है जिथे घटना वापरी। गुरमुख प्यारे उत्ते सुणांदे ने कि जिस दिन महाराज दिल्ली जान लगे ना, तो सारा परिवार विद्या करन आया। हुण ये तां है ही नहीं भी वापस आ जाना है ना गुरु तेग बहादुर साहिब जी नूं। सारा परिवार उहदा विच माता नानकी जी, माता जी महल, माता गुजरी जी साडे, ते सतगुरु दा सपुत्तर साडे कलगीधर स्वामी जी, धन गुरु गोबिंद राय जी पिता जी नूं विद्या करना है। इलाके दीयां संगतां आईयां, कई पहाड़ी लोग भी आए। जदों हजूर तुरन लगे, परिवार आनंदपुर साहिब घर तो अगे गए, पिंड तो बाहर, नगर तो बाहर आए, ते हजूर रुक गए। संगत बिरहा विच सी, बैराग भी सी कि महाराज जी ने कहा जाओ तुसी वापस अपने टिकाणे, अपने घर ते, घर नूं असीं अगे तुरीए। हुण जदों विद्या कर लगे, एक एक जी मिलिया, उहनूं बंदा अनुभव करे, महसूस करे उन्हां थावां ते जाके। सतगुरु जी ने सिखां नूं असीसां दित्तियां, मत्थे टेके बिरखी हिरदिਆਂ ने। माता गुजरी जी ने नमस्कार कीती, गुरु गोबिंद राय जी ने पिता जी दे चरण परसे मत्था टेकिया, ते सतगुरु ने पुत्तर नूं सीने नाल लाया। माता नानकी जी नूं हजूर मर्यादा पुरुषोत्तम गुरु तेग बहादुर साहिब माँ जी दे सामने आप चुके, आप नमस्कार कीती, ते माता जी ने अपने दोनों हथ पुत्र दे सिर उत्ते रखे, मत्था चुमिया। मां है, बजुर्ग ने, मत्था चुमिया। नाले ममता जिहड़ी है वो कोई उम्र दे करके थोड़ा हुंदी है, भावें बजुर्ग भी मां हो जाए, उसदी ममता कदी बजुर्ग नहीं हुंदी, ममता कदी नहीं बुढ़ी हुंदी। मां ने दोनों हथ सीस ते रखे, मत्था चुमिया, ते सतगुरु कहंदे ने मां जी तुसी सानू कोई सेवा दसो, सारी जिंदगी आग्याकार, सानू कोई सेवा दसो। माता नानकी जी ने बड़े भरे गले नाल कह लगे पुत्र बस एक काम करियो कि जेड़ा पुत्र दा खिड़िया मुखड़ा मैं तोड़नी पई है ना, मेरियां अखां तेरे मुखड़े दी इंतजार करनगियां। वो मैं शब्द वरत्या, रवायत है उत्थों दी, मतलब मैं सीस वापस, जेड़ा मुखड़ा अज पुत्र तोड़नी है, जेड़ा सेवा मंगदा पिया है, ये कल नूं जदों वापस आओ मैं फिर देखना चाहनी हाँ। कहते ने कोल खलोते भाई जैता जी कहन लगे, भाई जैतिया मां दा बचन चेते रखी। वापस आया सीस, 5 दिन पड़ां करदा आया सीस। चित चिक इच्छा है जिन्ने कोई जोगे असीं है हाँ, कोई ज़्यादा पहुँच पाए तो नहीं, भी जिन्ना जिन्ना थावां तो सीस लंघिया उन्हां थावां ते भी कीर्तन कथा होवे। दिल्ली, शीशगंज, दूजा पड़ा बागपट, मेरठ नेड़े यूपी, तीसरा तरावड़ी, चौथा अंबाला, पंजवां नाभा साहिब, ते छेवां की वैगुरू नाभा साहिब तो अगे कीरतपुर साहिब, कीरतपुर साहिब तो अगे शीशगंज, आनंदपुर साहिब, दिल्ली, बागपत, तरावड़ी, अंबाला, नाभा साहिब ते कीरतपुर साहिब, ते फिर उत्थे जाके आनंदपुर साहिब जिथे संस्कार किया गया। सिर मेरी एक बेनती जी मैं विचों साखी तां चुनी, जैता जी भाई साहब शीस लैके आ गए। हुण मां ने तोरिया है पुत नूं,
ਪਤਨੀ ਨੇ ਆਪਣੇ ਸੁਹਾਗ ਨੂੰ ਤੋਰਿਆ। ਗੁਰਸਿੱਖੋ, ਸਾਨੂੰ ਤਾਂ ਕਹਿਣੇ ਨਹੀਂ ਸੀ ਚਾਹੀਦਾ, ਤਰਲੇ ਮਾਰ ਕੇ ਉਹ ਅੰਮ੍ਰਿਤ ਛਕ ਲਓ, ਬਾਣੀ ਪੜ੍ਹ ਲਓ। ਇਹ ਸੁਣ ਕੇ ਤੇ ਅੱਖਾਂ ਵਿੱਚੋਂ ਲਹੂ ਦੇ ਅਥਰੂ ਡਿੱਗਦੇ ਨੇ। ਪਤਾ ਨਹੀਂ ਅੰਦਰ ਕਿੰਨੇ ਕੁ ਕਠੋਰ ਹੋ ਗਏ। ਜਿਸ ਗੁਰੂ ਨੇ ਇੰਨਾ ਕੋਈ ਦਿੱਤਾ, ਉਹਦੀ ਬਾਣੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਪਏ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ੀਸ ਆਇਆ ਤੇ ਗੋਬਿੰਦ ਰਾਏ ਜੀ ਨੇ ਦਾਦੀ ਮਾਂ ਨੂੰ ਪਿਤਾ ਦਾ ਸੀਸ ਬਸਤਰ ਉਤਾਰ ਕੇ ਦਿਖਾਇਆ ਤੇ ਮਾਂ ਨੇ ਉਸੇ ਤਰ੍ਹਾਂ ਖੱਤ ਸਿਰ ਤੇ ਰੱਖਿਆ। ਮੁਸਕਰਾਹਟ ਹੈ। ਮਾਤਾ ਗੁਜਰੀ ਜੀ ਨੇ ਮੱਥਾ ਟੇਕਿਆ ਤੇ ਇੱਕ ਸ਼ਬਦ ਉਹਨਾਂ ਨੇ ਮੱਥਾ ਟੇਕਦਿਆਂ ਹੱਥ ਜੋੜ ਕੇ ਅਰਦਾਸ ਕਰਕੇ ਕਿਹਾ, ਕਹਿਣ ਲੱਗੇ, ਸਤਿਗੁਰੂ ਤੁਹਾਡੀ ਨਿਭ ਗਈ, ਕਿਰਪਾ ਕਰਿਓ ਮੇਰੀ ਨਿਭ ਜਾਏ। ਹੁਣ ਜੇ ਏਡੇ ਵੱਡੇ ਮਹਾਬਲੀ ਮਹਾਂਪੁਰਖ ਉਹ ਅਰਦਾਸਾਂ ਕਰਦੇ ਪਏ ਨੇ, ਇਹ ਅੱਜ ਅਰਦਾਸ ਹੈ ਕਿ ਸਿੱਖਾਂ ਤੂੰ ਇਸ ਤਰ੍ਹਾਂ ਬੇਨਤੀ ਕਰਨੀ ਸਿੱਖ ਕਿ ਮਾਲਕ ਜੀ ਮੇਰੀ ਸ਼ਰਧਾ ਨਾ ਕਿਤੇ ਉੱਡ ਜਾਏ, ਮੇਰਾ ਅੰਦਰ ਸੁੱਕਾ ਨਾ ਹੋ ਜਾਏ। ਘਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਰ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਇਸ ਲੜੀ ਨੂੰ ਕੱਲ ਦੇ ਦੀਵਾਨ ਵਿੱਚ ਆਪਾਂ ਅੱਗੇ ਯਤਨ ਕਰਾਂਗਾ, ਕੱਲ ਮੁਕੰਮਲ ਹੋ ਸਕੇ। ਸਤਿਗੁਰੂ ਕਿਰਪਾ ਕਰਨ। ਆਓ, ਸਮਾਂ ਮੈਂ ਆਪ ਜੀ ਦਾ ਬਹੁਤ ਜ਼ਿਆਦਾ ਲਿਆ ਹੈ। ਕੱਲ ਛੁੱਟੀ ਹੈ ਤੇ ਜਿਨ੍ਹਾਂ ਨੇ ਕੰਮ ਕਰ ਤੇ ਜਾਣਾ ਉਹ ਜੀ ਸਦਕੇ ਜਾਣ, ਕਿਉਂਕਿ ਪਾਬੰਦੀਆਂ ਨਹੀਂ ਹੋਣੀ ਸੀ ਤਾਂ ਸਾਰਾ ਦਿਨ ਸੁੱਤੇ ਕਮਰੇ 'ਚ ਉੱਠੇ ਤੇ ਘੰਟਾ ਕਥਾ ਕੀਤੀ। ਜਿਹੜੇ ਜਾਣ ਲੱਗੇ ਉਹਨਾਂ ਨੂੰ ਕਹਿਣ ਲੱਗ ਪਿਆ, ਕਿੱਧਰ ਚੱਲੇ ਹੋ, ਬੈਠੋ ਅਜੇ। ਨਹੀਂ, ਤੁਸੀਂ ਕਿਰਤ ਕਰਕੇ ਆਉਂਦੇ ਹੋ, ਆਓ ਥੋੜ੍ਹਾ ਜਿਹਾ ਨਾਮ ਜਪ ਲਈਏ ਤੇ ਨਾਲੇ ਅਰਦਾਸ ਕਰ ਲਈਏ, ਮਾਲਕ ਜੀ ਸਾਡੀ ਪੂੰਜੀ ਰੱਖ ਲਓ। ਤੇ ਬੀਬੀਓ ਭੈਣੋ, ਤੁਸੀਂ ਉੱਚੀ ਆਵਾਜ਼ ਵਿੱਚ ਵੀਰਾਂ ਨੂੰ ਵੀ ਬੇਨਤੀ ਹੈ, ਇਹ ਮੇਰੇ ਲਈ ਸਭ ਤੋਂ ਵੱਡੀ ਅਸੀਸ ਹੁੰਦੀ ਹੈ। ਪਹਿਲਾਂ ਲੈ ਵਿੱਚ ਆਪਾਂ ਜਪਾਂਗੇ, ਫਿਰ 2 ਹਿੱਸਿਆਂ ਵਿੱਚ ਸਿਰ ਮਿੰਟ 5 ਕੋਈ ਵੱਧ ਤੋਂ ਵੱਧ ਲਾਂਗਾ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਵਾਖੇ